ਔਰ ਚਮਕੌਰ ਸਾਹਿਬ ਦੇ ਵਿੱਚ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ, ਭਦੌੜ 'ਚ ਵੀ ਉਹਨਾਂ ਨੂੰ ਕੋਈ ਹਰਾ ਨਹੀਂ ਸਕੇਗਾ। ਲੇਕਿਨ ਇਹ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਵਿਰੋਧੀ ਪਾਰਟੀਆਂ ਵੱਲੋਂ, ਜਿਵੇਂ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਕਿ ਜਿੱਤਣਾ ਤਾਂ ਭਦੌੜ ਤੋਂ ਵੀ ਨਹੀਂ, ਮਤਲਬ ਉਹ ਐਂ ਦੱਸ ਰਹੇ ਹੈ, ਆਪਣੇ ਬਾਰੇ ਨਹੀਂ ਉਹ ਸੋਚ ਰਹੇ ਕਿ ਉਹਨਾਂ ਦੀ ਆਪਣੀ ਪੋਜੀਸ਼ਨ ਕੀ ਹੈ। ਕਿਉਂਕਿ ਜਦੋਂ ਪੰਜਾਬ ਦੀ ਆਰਥਿਕ ਹਾਲਤ ਐਸੀ ਹੈ ਕਿ 3 ਲੱਖ ਕਰੋੜ ਰੁਪਏ ਦਾ ਤਾਂ ਪੰਜਾਬੀਆਂ ਸਿਰ ਪਹਿਲਾਂ ਹੀ ਕਰਜ਼ਾ, ਔਰ ਉਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਜਿੰਨੀਆਂ ਕੋ ਰਾਹਤਾਂ ਦੇ ਸਕਦੇ ਸੀ ਲੋਕਾਂ ਨੂੰ, ਜਿਹੜੀਆਂ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਹੀਂ ਕਰ ਸਕੇ, ਉਹਨਾਂ ਨੇ ਲੈਂਦੀ ਸੱਟੇ ਉਹ ਐਲਾਨ ਕਰਤੇ। ਚਰਨਜੀਤ ਸਿੰਘ ਚੰਨੀ ਬਾਰੇ ਹੁਣ ਇਹ ਗੱਲ ਸਪਸ਼ਟ ਹੋ ਗਈ ਆ ਕਾਂਗਰਸ 'ਚ ਕਿ ਜੇ ਕਾਂਗਰਸ ਨੂੰ ਕੋਈ ਜਿਤਾ ਸਕਦਾ ਤਾਂ ਉਹ ਸਿਰਫ ਚਰਨਜੀਤ ਸਿੰਘ ਚੰਨੀ ਹੈ। ਉਹ ਭਾਵੇਂ ਭਦੌੜ ਤੋਂ ਖੜੇ ਹੋ ਜਾਣ, ਉਹ ਭਾਵੇਂ ਚਮਕੌਰ ਸਾਹਿਬ ਤੋਂ ਖੜੇ ਹੋ ਜਾਣ, ਉਹਨਾਂ ਦਾ ਜਿਹੜਾ ਸਿਆਸੀ ਭਵਿੱਖ ਹੈ, ਮੁਸਤਕਬਲ ਹੈ, ਉਹ ਬਿਲਕੁਲ ਰੌਸ਼ਨ ਹੈ। ਸਤਿ ਸ਼੍ਰੀ ਅਕਾਲ। HSN TV ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਚੋਣਾਂ ਦੀ ਚੰਗੇਰ ਪ੍ਰੋਗਰਾਮ ਦੇ ਵਿੱਚ ਮੈਂ ਸ਼ੀਤਲ ਠਾਕੁਰ ਨਿੱਘਾ ਸਵਾਗਤ ਕਰਦੀ ਹਾਂ। ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਔਰ ਸਾਡੇ ਨਾਲ ਸਿਆਸਤ ਨਾਲ ਜੁੜੇ ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਜੁੜੇ ਨੇ ਸਾਡੇ ਮਾਹਿਰ ਮਹਿਮਾਨ ਮਿਸਟਰ ਬਲਜੀਤ ਸਿੰਘ ਸਰ। ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ 'ਚ। ਬਹੁਤ-ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਸਰ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ, ਜਿਸ ਨੇ ਅੱਜ ਆਪਣੇ 8 ਉਮੀਦਵਾਰਾਂ ਦੀ ਜਿਹੜੀ ਸੂਚੀ ਹੈ ਉਹ ਜਾਰੀ ਕੀਤੀ ਹੈ ਔਰ ਉਹਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਚੰਨੀ ਨੇ ਜਿਹੜੇ ਉਹ ਹੁਣ ਭਦੌੜ ਹਲਕੇ ਤੋਂ ਜਿਹੜੇ ਨੇ ਚੋਣਾਂ ਲੜਨਗੇ। ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ, ਸ਼ਾਇਦ ਕਿਤੇ ਨਾ ਕਿਤੇ ਇਹ ਤਾਂ ਨਹੀਂ ਕਿ ਚੰਨੀ ਜੀ ਦੇ ਮਾਈਂਡ ਦੇ ਵਿੱਚ ਇਹ ਗੱਲ ਹੋਵੇ ਕਿ ਵਿਰੋਧੀ ਧਿਰਾਂ ਕਿਤੇ ਉਹਨਾਂ ਨੂੰ ਇੱਕ ਮੁਕਾਮ ਤੇ ਆ ਕੇ ਸਾਰੇ ਪਾਸਿਓਂ ਘੇਰ ਨਾ ਲੈਣ। ਸੋ ਇਸ ਕਾਰਨ, ਇਸ ਡਰ ਤੋਂ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਹੋਇਆ ਉਹਨਾਂ ਨੇ ਭਦੌੜ ਹਲਕਾ ਜਿਹੜਾ ਹੈ ਹੁਣ ਇਸ ਵਾਰੀ ਚੁਣਿਆ। ਕੀ ਕਹੋਗੇ? ਦੇਖੋ, ਗੱਲ ਇਹ ਹੈ ਕਿ ਵਿਰੋਧੀ ਪਾਰਟੀਆਂ ਤਾਂ ਇਸ ਤਰ੍ਹਾਂ ਪ੍ਰਚਾਰ ਕਰਨਗੀਆਂ ਕਿ ਉਹ ਚਮਕੌਰ ਸਾਹਿਬ ਤੋਂ ਉਹਨਾਂ ਦੀ ਜਿੱਤ ਦੀ ਉਮੀਦ ਨਹੀਂ ਹੈ, ਔਰ ਜਿੱਥੋਂ ਤੁਹਾਨੂੰ ਪਤਾ ਪਹਿਲਾਂ ਆਜ਼ਾਦ ਉਮੀਦਵਾਰ ਵੀ ਖੜੇ ਹੋਏ ਉਹ ਔਰ ਜਿੱਤਦੇ ਰਹੇ ਨੇ ਹੁਣ ਤੱਕ, ਕਦੇ ਉਹ ਚੋਣ ਨਹੀਂ ਹਾਰੇ ਚਮਕੌਰ ਸਾਹਿਬ ਤੋਂ ਜੀ। ਅਰਵਿੰਦ ਕੇਜਰੀਵਾਲ ਵੀ ਇਹੀ ਕਹਿ ਰਿਹਾ ਕਿ ਜੋ ਅਸੀਂ ਸਰਵੇਖਣ ਕਰਵਾਇਆ ਉਹਦੇ ਮੁਤਾਬਕ ਉਹ ਚਮਕੌਰ ਤੋਂ ਹਾਰ ਰਹੇ ਨੇ ਜੀ। ਸਰਵੇਖਣ ਇਹਨਾਂ ਨੇ ਉਹੋ ਜਿਹਾ ਹੀ ਕਰਾਇਆ ਹੋਣਾ ਜਿਹੋ ਜਿਹਾ ਭਗਵੰਤ ਮਾਨ ਦੇ ਸੰਬੰਧ ਵਿੱਚ ਕਰਵਾਇਆ। ਹਰ ਵਾਰੀ ਇਹ ਕਹਿ ਦਿੰਦੇ ਨੇ ਅਸੀਂ ਸਰਵੇਖਣ ਕਰਵਾਇਆ, ਔਰ ਜਿਹੜਾ ਸਰਵੇਖਣ ਇਹਨਾਂ ਨੇ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਬਣਾਉਣ ਲਈ ਕਰਵਾਇਆ ਸੀਗਾ, ਉਹ ਤਾਂ ਬੇਨਕਾਬ ਹੋ ਗਿਆ ਕਿ ਉਹ ਇੱਕੋ ਹੀ ਮਤਲਬ ਜਿਹੜਾ ਰਾਘਵ ਚੱਡਾ ਦਾ ਫੋਨ ਸੀਗਾ ਉਹਦੇ 'ਤੇ ਕਾਲਾਂ ਹੋਈਆਂ, ਔਰ ਕਾਲਾਂ ਦੀ ਗਿਣਤੀ ਵੀ ਉਹ ਸਿਰਫ ਹਜ਼ਾਰਾਂ 'ਚ ਹੈ, ਜਿਹੜੀ ਕਿ ਲੱਖਾਂ ਦੇ ਵਿੱਚ ਦਰਸਾਈ ਗਈ ਹੈ। ਲੋਕ ਸਮਝ ਗਏ ਨੇ ਹੁਣ ਵੀ ਇਹ ਕਰ ਕੀ ਰਹੇ ਨੇ। ਦਰਅਸਲ ਹਕੀਕਤ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਲੋਕਪ੍ਰਿਯਤਾ ਹੈ ਉਹ ਬੁਲੰਦੀ 'ਤੇ ਹੈ, ਔਰ ਲੋਕਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੀਆਂ ਦਲਿਤ ਸ਼੍ਰੇਣੀਆਂ ਦੇ ਵਿੱਚ ਉਹਨਾਂ ਦਾ ਬੜਾ ਪ੍ਰਭਾਵ ਪੈਦਾ ਹੋ ਗਿਆ ਜੀ। ਇੱਥੋਂ ਤੱਕ ਕਿ ਬਾਕੀ ਸਿਆਸੀ ਪਾਰਟੀਆਂ ਨੂੰ ਆਪਣਾ ਦਲਿਤ ਵੋਟ ਬੈਂਕ ਜਿਹੜਾ ਉਹ ਸਮਝਦੀਆਂ ਸੀ ਕਿ ਸਾਡੇ ਨਾਲ ਆ, ਉਹ ਖੁਰਦਾ ਜਾਪ ਰਿਹਾ। ਬਿਲਕੁਲ ਇਹੀ ਕਾਰਨ ਹੈ ਕਿ ਮਾਲਵੇ ਦੇ ਵਿੱਚ ਜਿੱਥੇ ਬਰਨਾਲਾ, ਸੰਗਰੂਰ ਤੋਂ ਇਸ ਤਰ੍ਹਾਂ ਦੇ ਜਿਹੜੇ ਹਲਕੇ ਨੇ, ਉੱਥੋਂ ਤੁਹਾਨੂੰ ਯਾਦ ਹੋਣਾ ਹੈ ਕਿ 2017 ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ 10 ਸੀਟਾਂ ਮਿਲੀਆਂ ਸੀ ਜੀ। ਚਰਨਜੀਤ ਸਿੰਘ ਚੰਨੀ ਦਾ ਕਿਉਂਕਿ ਦਲਿਤ ਸ਼੍ਰੇਣੀਆਂ 'ਚ ਬਹੁਤ ਪ੍ਰਭਾਵ ਹੈ, ਇਸ ਕਰਕੇ ਇਹਨਾਂ ਨੂੰ ਭਦੌੜ ਹਲਕੇ 'ਚੋਂ ਚੋਣ ਲੜਵਾਈ ਜਾ ਰਹੀ ਹੈ ਤਾਂ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਉੱਥੇ ਪ੍ਰਭਾਵ ਹੈ ਉਹਨੂੰ ਕਾਟ ਦਿੱਤੀ ਜਾ ਸਕੇ। ਬਿਲਕੁਲ। ਔਰ ਇਹ ਬਹੁਤ ਮਤਲਬ ਕਹਿ ਲਓ ਪੱਥਰ ਤੇ ਲਕੀਰ ਵਾਲੀ ਗੱਲ ਹੈ ਕਿ ਚਰਨਜੀਤ ਸਿੰਘ ਚੰਨੀ ਜਦੋਂ ਭਦੌੜ ਤੋਂ ਖੜੇ ਹੋਣਗੇ ਤਾਂ ਉੱਥੇ ਜਿਹੜਾ ਦਲਿਤ ਵੋਟ ਬੈਂਕ ਹੈ, ਜਿਹੜਾ ਕਿ ਕਿਸੇ ਹੋਰ ਪਾਰਟੀਆਂ ਵੱਲ ਪਹਿਲਾਂ ਭੁਗਤਣ ਦੀ ਉਮੀਦ ਸੀ, ਉਹ ਹੁਣ ਸਿੱਧਾ ਕਾਂਗਰਸ ਦੀ ਝੋਲੀ 'ਚ ਜਾਵੇਗਾ। ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਜਲਾਲਾਬਾਦ ਤੋਂ ਚਰਨਜੀਤ ਸਿੰਘ ਚੰਨੀ ਨੂੰ ਚੋਣ ਲੜਾਈ ਜਾਵੇ, ਕਿਉਂਕਿ ਜਲਾਲਾਬਾਦ ਪੰਜਾਬ ਦਾ ਇੱਕ ਅਜਿਹਾ ਖੇਤਰ ਹੈ ਜਿੱਥੇ ਸਭ ਤੋਂ ਜ਼ਿਆਦਾ 75% ਦਲਿਤ ਵੋਟ ਬੈਂਕ ਹੈ, ਔਰ ਚਮਕੌਰ ਸਾਹਿਬ ਦੇ ਵਿੱਚ ਉਹਨਾਂ ਨੂੰ ਕੋਈ ਹਰਾ ਨਹੀਂ ਸਕਦਾ, ਭਦੌੜ 'ਚ ਵੀ ਉਹਨਾਂ ਨੂੰ ਕੋਈ ਹਰਾ ਨਹੀਂ ਸਕੇਗਾ। ਲੇਕਿਨ ਇਹ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਵਿਰੋਧੀ ਪਾਰਟੀਆਂ ਵੱਲੋਂ, ਜਿਵੇਂ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਕਿ ਜਿੱਤਣਾ ਤਾਂ ਭਦੌੜ ਤੋਂ ਵੀ ਨਹੀਂ, ਮਤਲਬ ਉਹ ਐਂ ਦੱਸ ਰਹੇ ਹੈ, ਆਪਣੇ ਬਾਰੇ ਨਹੀਂ ਉਹ ਸੋਚ ਰਹੇ ਕਿ ਉਹਨਾਂ ਦੀ ਆਪਣੀ ਪੋਜੀਸ਼ਨ ਕੀ ਹੈ। ਮਤਲਬ ਉਹ ਹੁਣ ਤੱਕ ਜਿੱਥੋਂ ਤੱਕ ਸਿਆਸੀ ਮੈਦਾਨ ਦਾ ਸਵਾਲ ਹੈ, ਜੋ ਉਹਨਾਂ ਦਾ ਅਤੀਤ ਹੈ, ਜੋ ਇਤਿਹਾਸ ਹੈ, ਜੋ ਪੰਜਾਬ ਦੇ ਵਿੱਚ ਉਹਨਾਂ ਦੇ ਰਾਜਕਾਲ ਦੌਰਾਨ ਹੋਇਆ, ਉਹਦਾ ਵਿਸ਼ਲੇਸ਼ਣ ਨਹੀਂ ਕਰ ਰਹੇ ਉਹ, ਬਲਕਿ ਦੂਜਿਆਂ ਤੇ ਉਂਗਲਾਂ ਕਰ ਰਹੇ ਨੇ। ਚਰਨਜੀਤ ਸਿੰਘ ਚੰਨੀ ਦੀ ਜਿਹੜੀ ਮਤਲਬ ਦਾਨਿਸ਼ਮੰਦਾਨਾ ਸ਼ੈਲੀ ਹੈ, ਔਰ ਜਿਸ ਤਰ੍ਹਾਂ ਉਹ ਹੁਣ ਤੱਕ ਵਿਚਰੇ ਨੇ, ਉਸ ਤੋਂ ਸਿੱਧਾ ਇਹ ਸੁਨੇਹਾ ਲੋਕਾਂ 'ਚ ਗਿਆ ਕਿ ਚਰਨਜੀਤ ਸਿੰਘ ਚੰਨੀ ਹੁਣ ਇੱਕੋ ਇੱਕ ਕਾਂਗਰਸ ਦੇ ਆਗੂ ਨੇ ਜਿਹੜੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਮਾਨਤਾ ਮਤਲਬ ਜਿਨ੍ਹਾਂ ਨੂੰ ਦੇ ਸਕਦੀ ਹੈ ਪਾਰਟੀ ਵੀ, ਔਰ ਲੋਕਾਂ ਦੇ ਵਿੱਚ ਨੇ ਆਲਰੇਡੀ ਇਹਨਾਂ ਨੂੰ ਦੇ ਦਿੱਤੀ ਹੈ, ਕਿਉਂਕਿ ਉਹਨਾਂ ਨੇ ਕਦੇ ਵੀ ਕੋਈ ਐਸੀ ਬਿਆਨਬਾਜ਼ੀ ਨਹੀਂ ਕੀਤੀ ਜਿਸ ਤੋਂ ਇਹ ਲੱਗਦਾ ਹੋਵੇ ਕਿ ਉਹ ਕਾਂਗਰਸ ਦੇ ਵਿੱਚ ਕੋਈ ਦਫਾੜ ਪਾਉਣਾ ਚਾਹੁੰਦੇ ਨੇ। ਜਿਸ ਤਰ੍ਹਾਂ ਕਿ ਨਵਜੋਤ ਸਿੰਘ ਸਿੱਧੂ ਦੀ ਸ਼ੈਲੀ ਹੈ, ਆਪ ਨੂੰ ਪਤਾ ਹੀ ਹੈ ਕਿ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਵਿਵਹਾਰ ਕਰਦੇ ਨੇ, ਇੱਥੋਂ ਤੱਕ ਕਿ ਉਹ ਹੁਣ ਤੱਕ ਆਪਣੀ ਸਰਕਾਰ ਦੀ ਵਿਆਪਕ ਪੱਧਰ ਤੇ ਆਲੋਚਨਾ ਕਰਦੇ ਰਹੇ ਨੇ, ਔਰ ਚਰਨਜੀਤ ਸਿੰਘ ਚੰਨੀ ਜੋ ਕਿ ਮੁੱਖ ਮੰਤਰੀ ਨੇ ਉਹਨਾਂ ਨੂੰ ਭੰਡਦੇ ਰਹੇ ਨੇ, ਔਰ ਆਪਣੇ ਆਪ ਨੂੰ ਪੰਜਾਬ ਦੇ ਭਾਵੀ ਮੁੱਖ ਮੰਤਰੀ ਵਜੋਂ, ਕਾਂਗਰਸ ਦੇ ਉਮੀਦਵਾਰ ਵਜੋਂ ਉਹ ਪੇਸ਼ ਕਰਦੇ ਰਹੇ ਨੇ। ਔਰ ਗੱਲ ਇਹ ਹੈ ਕਿ
ਚਰਨਜੀਤ ਸਿੰਘ ਚੰਨੀ ਨੇ ਕੋਈ ਐਸੀ ਬਿਆਨਬਾਜ਼ੀ ਨਹੀਂ ਕੀਤੀ। ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਕੋਈ ਵਾਅਦਾ ਨਹੀਂ ਕੀਤਾ, ਕੋਈ ਉਹਨਾਂ ਨੇ 14 ਨੁਕਾਤੀ ਜਾਂ 15 ਨੁਕਾਤੀ ਏਜੰਡਾ ਨਹੀਂ ਰੱਖਿਆ, ਪੰਜਾਬ ਮਾਡਲ ਨਹੀਂ ਰੱਖਿਆ, ਕੋਈ ਰੋਡ ਮੈਪ ਨਹੀਂ ਰੱਖਿਆ, ਕੋਈ ਮਤਲਬ ਵੱਡਾ ਦਾਅਵਾ ਨਹੀਂ ਕੀਤਾ। ਸਿਰਫ ਇੱਕੋ ਹੀ ਗੱਲ ਕਹੀ ਉਹਨਾਂ ਨੇ ਕਿ ਜੇ ਸਾਨੂੰ ਦੁਬਾਰਾ ਮੌਕਾ ਮਿਲਿਆ ਤਾਂ ਅਸੀਂ ਪੰਜਾਬ ਦਾ ਵਿਕਾਸ ਕਰਨ ਦੀ ਹੋਰ ਕੋਸ਼ਿਸ਼ ਕਰਾਂਗੇ। ਔਰ ਇਹ ਬਹੁਤ ਵੱਡਾ ਬਿਆਨ ਹੈ ਕਿ ਤੁਸੀਂ ਕੋਸ਼ਿਸ਼ ਹੀ ਕਰ ਸਕਦੇ ਹੋ ਨਾ, ਕਿਉਂਕਿ ਜਦੋਂ ਪੰਜਾਬ ਦੀ ਆਰਥਿਕ ਹਾਲਤ ਐਸੀ ਹੈ ਕਿ 3 ਲੱਖ ਕਰੋੜ ਰੁਪਏ ਦਾ ਤਾਂ ਪੰਜਾਬੀਆਂ ਸਿਰ ਪਹਿਲਾਂ ਹੀ ਕਰਜ਼ਾ ਔਰ ਉਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਜਿੰਨੀਆਂ ਕੋ ਰਾਹਤਾਂ ਦੇ ਸਕਦੇ ਸੀ ਲੋਕਾਂ ਨੂੰ, ਜਿਹੜੀਆਂ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਹੀਂ ਕਰ ਸਕੇ, ਉਹਨਾਂ ਨੇ ਲੈਂਦੀ ਸੱਟੇ ਉਹ ਐਲਾਨ ਕਰਤੇ। ਔਰ ਵੱਖਰੀ ਗੱਲ ਹੁੰਦੀ ਹੈ ਕਈ ਵਾਰੀ ਅਮਲ ਦਰਾਮਦ ਕਰਨ ਦੇ ਵਿੱਚ ਦੇਰ ਹੋ ਜਾਂਦੀ ਹੈ ਜਾਂ ਬਹੁਤ ਸਾਰੀਆਂ ਮਜਬੂਰੀਆਂ ਵੀ ਹੁੰਦੀਆਂ ਨੇ, ਔਰ ਫਿਰ ਇਹਦੇ 'ਚ ਇਹ ਹੁੰਦਾ ਕਿ ਕਈ ਪ੍ਰਵਾਨਗੀਆਂ ਇਹਦੇ 'ਚ ਸ਼ਾਮਿਲ ਹੁੰਦੀਆਂ ਨੇ। ਤਾਂ ਉਸ ਹਿਸਾਬ ਨਾਲ ਚਰਨਜੀਤ ਸਿੰਘ ਚੰਨੀ ਬਾਰੇ ਹੁਣ ਇਹ ਗੱਲ ਸਪਸ਼ਟ ਹੋ ਗਈ ਆ ਕਾਂਗਰਸ 'ਚ ਕਿ ਜੇ ਕਾਂਗਰਸ ਨੂੰ ਕੋਈ ਜਿਤਾ ਸਕਦਾ ਤਾਂ ਉਹ ਸਿਰਫ ਚਰਨਜੀਤ ਸਿੰਘ ਚੰਨੀ ਹੈ। ਉਹ ਭਾਵੇਂ ਭਦੌੜ ਤੋਂ ਖੜੇ ਹੋ ਜਾਣ, ਉਹ ਭਾਵੇਂ ਚਮਕੌਰ ਸਾਹਿਬ ਤੋਂ ਖੜੇ ਹੋ ਜਾਣ, ਉਹਨਾਂ ਦਾ ਜਿਹੜਾ ਸਿਆਸੀ ਭਵਿੱਖ ਹੈ, ਮੁਸਤਕਬਲ ਹੈ, ਉਹ ਬਿਲਕੁਲ ਰੌਸ਼ਨ ਹੈ। ਔਰ ਜਿਹੜੇ ਇਹ ਭੰਡੀ ਪ੍ਰਚਾਰ ਕਰ ਰਹੇ ਆ ਕਿ ਜੀ ਉਹ ਹਾਰ ਰਿਹਾ, ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਜੀ ਬਿਲਕੁਲ। ਇਹਦੇ ਨਾਲ ਹੀ ਸਰ ਗੱਲ ਕਰਦੇ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ, ਜਿਹੜੀ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਤੀਜੀ ਵਿਰੋਧੀ ਧਿਰ ਬਣ ਕੇ ਮੈਂ ਕਹੂੰਗੀ ਕਿ ਬੜੀ ਮਜ਼ਬੂਤੀ ਦੇ ਨਾਲ ਜਿਹੜੀ ਚੋਣਾਂ ਦੇ ਵਿੱਚ ਖੜੀ ਹੈ। ਸੋ ਪ੍ਰੋਫੈਸਰ ਭੁੱਲਰ ਦੀ ਰਿਹਾਈ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਵੱਖੋ-ਵੱਖ ਥਾਵਾਂ ਤੇ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ। ਸੋ ਇਸ ਮੁੱਦੇ ਦੇ ਉੱਤੇ ਕੇਜਰੀਵਾਲ ਜੀ ਨੇ ਕਿਹਾ ਕਿ ਹਜੇ ਤੱਕ ਤਾਂ ਇਹ ਮੁੱਦਾ ਮੇਰੇ ਧਿਆਨ ਦੇ ਵਿੱਚ ਨਹੀਂ ਸੀ ਆਇਆ, ਪਰ ਹੁਣ ਮੇਰੇ ਧਿਆਨ ਦੇ ਵਿੱਚ ਆ ਗਿਆ। ਮੈਂ ਬਹੁਤ ਹੀ ਜਲਦ ਜਿਹੜਾ ਹੈ ਗ੍ਰਹਿ ਮੰਤਰਾਲੇ ਦੀ ਸਜ਼ਾ ਸਮੀਖਿਆ ਬੋਰਡ ਨੂੰ ਕਹਾਂਗਾ ਕਿ ਮੀਟਿੰਗ ਕਰੋ, ਮੀਟਿੰਗ ਤੋਂ ਬਾਅਦ ਇਸ ਮੁੱਦੇ ਦੇ ਉੱਤੇ ਜਿਹੜਾ ਹੈ ਪੂਰਾ ਵਿਚਾਰ ਕੀਤਾ ਜਾਵੇ ਔਰ ਜਿਹੜੀ ਰਿਪੋਰਟ ਹੈ ਉਹ ਐਲਜੀ ਨੂੰ ਸੌਂਪੀ ਜਾਵੇ ਤੇ ਐਲਜੀ ਜਿਹੜਾ ਹੈ ਦਾ ਅੰਤਿਮ ਫੈਸਲਾ ਲਏਗੀ। ਬਾਕੀ ਪੰਜਾਬ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਜਿਹੜਾ ਕੇਜਰੀਵਾਲ ਜੀ ਦਾ ਵਿਰੋਧ ਕੀਤਾ ਜਾ ਰਿਹਾ, ਇਹਦੇ ਬਾਰੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਸਾਰਾ ਦਾ ਸਾਰਾ ਸ਼੍ਰੈ ਦੇ ਰਹੇ ਨੇ ਕਿ ਅਕਾਲੀ ਦਲ ਦੇ ਵੱਲੋਂ ਸਾਡਾ ਜਿਹੜਾ ਵਿਰੋਧ ਕਰਵਾਇਆ ਜਾ ਰਿਹਾ। ਕੀ ਕਹੋਗੇ ਤੁਸੀਂ ਇਹਦੇ ਬਾਰੇ? ਦੇਖੋ, ਗੱਲ ਇਹ ਹੈ ਕਿ ਜਦੋਂ ਕੁਝ ਬੰਦੀ ਸਿੰਘਾਂ ਦੀ ਰਿਹਾਈ ਹੋਈ ਸੀ, ਉਸ ਵੇਲੇ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਵੀ ਉਹਦੇ ਵਿੱਚ ਸ਼ਾਮਿਲ ਸੀਗਾ ਔਰ ਉਹਨਾਂ ਨੂੰ ਵੀ ਗ੍ਰਹਿ ਮੰਤਰਾਲੇ ਨੇ ਭਾਜਪਾ ਦੀ ਸਰਕਾਰ ਦੌਰਾਨ ਗ੍ਰਹਿ ਮੰਤਰਾਲੇ ਨੇ ਉਹਨਾਂ ਨੂੰ ਵੀ ਰਿਹਾ ਕਰਨ ਦੇ ਮਤਲਬ ਟਿੱਪਣੀ ਕੀਤੀ ਸੀ ਵੀ ਇਹਨਾਂ ਨੂੰ ਵੀ ਰਿਹਾ ਕਰ ਦੇਣਾ ਚਾਹੀਦਾ। ਲੇਕਿਨ ਉਸ ਤੋਂ ਬਾਅਦ ਕੀ ਹੋਇਆ ਕਿ ਦਿੱਲੀ ਸਰਕਾਰ ਨੇ ਜਿਹੜਾ ਸੈਂਟੈਂਸ ਰਿਵਿਊ ਬੋਰਡ ਬਣਾਇਆ, ਉਹਦਾ ਪ੍ਰਮੁੱਖ ਕੌਣ ਸੀ? ਸਤਿੰਦਰ ਜੈਨ, ਜਿਹੜਾ ਇਹਨਾਂ ਦਾ ਸਿਹਤ ਮੰਤਰੀ ਹੈ। ਲੇਕਿਨ ਉਹਨਾਂ ਨੇ ਇਹਦੇ ਉੱਤੇ ਆਬਜੈਕਸ਼ਨ ਲਾਤੀ ਕਿ ਨਹੀਂ, ਇਹਨਾਂ ਨੂੰ ਰਿਹਾ ਨਹੀਂ ਕੀਤਾ ਜਾਣਾ ਚਾਹੀਦਾ। ਉਹਨਾਂ ਦੇ ਕੋਈ ਦਬਾਅ ਸੀ ਜਾਂ ਕੀ ਗੱਲ ਸੀ? ਕੇਜਰੀਵਾਲ ਬਿਲਕੁਲ ਝੂਠ ਮਾਰ ਰਿਹਾ। ਔਰ ਕੇਜਰੀਵਾਲ ਜਿਹੜਾ ਹੈ, ਕਿਉਂਕਿ ਸੈਂਟੈਂਸ ਰਿਵਿਊ ਬੋਰਡ ਦਾ ਤਾਂ ਜਿਹੜਾ ਪ੍ਰਮੁੱਖ ਹੈ ਉਹ ਇਹਦਾ ਆਪਣਾ ਮੰਤਰੀ ਹੈ ਔਰ ਗ੍ਰਹਿ ਮੰਤਰਾਲੇ ਵੱਲੋਂ ਹਰੀ ਝੰਡੀ ਹੈ, ਤਾਂ ਫਿਰ ਫਾਈਲ ਜਿਹੜੀ ਹੈ ਉਹ ਦੱਬ ਕਿਸ ਨੇ ਰੱਖੀ ਹੈ? ਇਹਦਾ ਮਤਲਬ ਸਰਕਾਰ ਜਿਹੜੀ ਹੈ ਇਹ ਨਹੀਂ ਚਾਹੁੰਦੀ। ਇਹਦੇ ਪਿੱਛੇ ਕੀ ਸਾਜ਼ਿਸ਼ ਹੈ, ਕੀ ਨਹੀਂ ਹੈ। ਲੇਕਿਨ ਇੱਕ ਗੱਲ ਹੋਰ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਹਦਾ ਸਭ ਤੋਂ ਵੱਡਾ ਨੁਕਸਾਨ ਹੋਵੇਗਾ। ਇਹਨਾਂ ਨੂੰ ਪੰਜਾਬ 'ਚ ਸਿੱਖ ਜਥੇਬੰਦੀਆਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ ਔਰ ਅੰਮ੍ਰਿਤਸਰ ਦੇ ਵਿੱਚ ਜਿਵੇਂ ਇਹਨਾਂ ਦੀ ਵਿਰੋਧਤਾ ਹੋਈ ਹੈ, ਭਾਵੇਂ ਕਹਿ ਰਹੇ ਨੇ ਕਿ ਅਕਾਲੀ ਕਰਾਏ ਨੇ, ਫਲਾਨਾ ਕਰਾ ਰਹੇ, ਨਹੀਂ, ਸਿੱਖਾਂ ਦੇ ਅੰਦਰ ਇਸ ਗੱਲ ਦਾ ਰੋਸ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ, ਜਦ ਕਿ ਉਹਨਾਂ ਦਾ ਮਾਨਸਿਕ ਸੰਤੁਲਨ ਵੀ ਵਿਚਾਰਾਂ ਦਾ ਠੀਕ ਨਹੀਂ, ਇੰਨੀ ਦੇਰ ਤੱਕ ਬੰਦਾ ਜੇਲ੍ਹ 'ਚ ਬੈਠਾ ਰਹੇ ਤਾਂ ਵੈਸੇ ਤੁਹਾਨੂੰ ਪਤਾ ਕਿ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦਾ। ਉਸ ਲਿਹਾਜ਼ ਨਾਲ ਇਹਨਾਂ ਨੂੰ ਹਮਦਰਦੀ ਕੋਈ ਨਹੀਂ ਗੀ। ਔਰ ਇਹ ਸਾਰਾ ਕੁਝ ਜੋ ਕੀਤਾ ਜਾ ਰਿਹਾ ਹੈ, ਇਹ ਕਿਹਦੇ ਕਹਿਣ ਤੇ ਕੀਤਾ ਜਾ ਰਿਹਾ ਹੈ, ਮੈਂ ਉਸ ਦਾ ਨਾਂ ਨਹੀਂ ਲਵਾਂਗਾ। ਲੇਕਿਨ ਜਦੋਂ ਵੀ ਤੁਹਾਨੂੰ ਪਤਾ ਹੈ ਮਨਿੰਦਰਜੀਤ ਸਿੰਘ ਬਿੱਟਾ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ, ਜਿਹੜੀ ਕਿ ਸੁਪਰੀਮ ਕੋਰਟ ਨੇ ਰੱਦ ਕੀਤੀ ਸੀ ਇਹਨਾਂ ਦੀ ਰਿਹਾਈ ਦੇ ਖਿਲਾਫ ਦਵਿੰਦਰ ਸਿੰਘ ਭੁੱਲਰ ਦੀ। ਹੁਣ ਇਹ ਹੈ ਕਿ ਅਰਵਿੰਦ ਕੇਜਰੀਵਾਲ ਸਿਰਫ ਤੋੜਾ ਜਿਹੜਾ ਉਹ ਐਨਡੀਏ ਸਰਕਾਰ ਦੇ ਸਿਰ ਝਾੜ ਰਿਹਾ, ਜਦ ਕਿ ਜ਼ਿੰਮੇਵਾਰ ਹੈ ਖੁਦ ਹੈ। ਇਹ ਜੇ ਚਾਹੇ ਤਾਂ ਰਿਕਮੈਂਡੇਸ਼ਨ ਜਿਹੜੀ ਹੈਗੀ ਆ ਸਰਕਾਰ, ਦਿੱਲੀ ਸਰਕਾਰ ਦੀ, ਉਸ ਨੂੰ ਅਣਗੌਲਿਆ ਨਹੀਂ ਕਰ ਸਕਦਾ ਲੈਫਟੀਨੈਂਟ ਗਵਰਨਰ। ਔਰ ਲੈਫਟੀਨੈਂਟ ਗਵਰਨਰ ਕਿਉਂ ਕਰੇਗਾ? ਕਿਉਂਕਿ ਜਿਸ ਸਰਕਾਰ ਨੇ ਲੈਫਟੀਨੈਂਟ ਗਵਰਨਰ ਦੀ ਨਿਯੁਕਤੀ ਕੀਤੀ ਹੈ ਉਹ ਸਰਕਾਰ ਦਾ ਪਹਿਲਾਂ ਹੀ ਹਰੀ ਝੰਡੀ ਦੇ ਚੁੱਕੀ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕੀਤਾ ਜਾਣਾ ਚਾਹੀਦਾ। ਸੋ ਇਹ ਬੰਦਾ ਝੂਠ ਮਾਰ ਰਿਹਾ ਔਰ ਇਹ ਝੂਠ ਆਉਣ ਵਾਲੇ ਸਮੇਂ 'ਚ ਤੁਸੀਂ ਵੇਖਿਓ ਬੇਨਕਾਬ ਹੋਵੇਗਾ ਔਰ ਇਹਨਾਂ ਨੂੰ ਬੜੀ ਕਰੜੀ ਵਿਰੋਧਤਾ ਦਾ ਸਾਹਮਣਾ ਕਰਨਾ ਪਵੇਗਾ। ਜੀ, ਸੋ ਵਿਰੋਧਤਾ ਤਾਂ ਹੁਣ ਵੀ ਹੋ ਰਹੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੱਲ ਜਿਹੜਾ ਹੈ ਇਹਨਾਂ ਦੇ ਬਰਖਲਾਫ ਬਹੁਤ ਜ਼ਿਆਦਾ ਨਾਅਰੇ ਵੀ ਲਗਾਏ ਗਏ ਨੇ ਇਸੇ ਮੁੱਦੇ ਨੂੰ ਲੈ ਕੇ। ਇਹਦੇ ਨਾਲ ਹੀ ਸਰ ਗੱਲ ਕਰਦੇ ਆ ਅੰਮ੍ਰਿਤਸਰ ਦੀ ਹੀ, ਜਿਹੜਾ ਕਿ ਪੂਰਬੀ ਹਲਕਾ ਬੜੇ ਦਿਨਾਂ ਦਾ ਮੈਂ ਕਹੂੰਗੀ ਕਿ ਇੱਕ ਜ਼ਬਰਦਸਤ ਸਿਆਸੀ ਖਾੜਾ ਬਣਿਆ ਹੋਇਆ ਹੈ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਖੜੇ ਨੇ, ਦੂਜੇ ਪਾਸੇ ਵਿਕਰਮਜੀਤ ਮਜੀਠੀਆ ਜੀ ਜਿਹੜੇ ਨੇ ਉਹਨਾਂ ਨੂੰ ਮਾਤ ਦੇਣ ਦੇ ਲਈ ਪੂਰੇ ਤਿਆਰ ਬਰ ਤਿਆਰ ਨੇ। ਸੋ ਇਹਨਾਂ ਦੋਨਾਂ ਧਿਰਾਂ ਨੂੰ ਲੈ ਕੇ ਬਹੁਤ ਸਵਾਲ ਜਵਾਬ ਅਸੀਂ ਬੜੇ ਦਿਨਾਂ ਤੋਂ ਡਿਸਕਸ ਵੀ ਕਰ ਰਹੇ ਹਾਂ, ਪਰ ਇੱਥੇ ਮੈਂ ਗੱਲ ਤੁਹਾਡੇ ਨਾਲ ਜੇ ਖਾਸ ਕਰੂੰਗੀ ਕਿ ਜਦੋਂ ਚੋਣਾਂ ਹੁੰਦੀਆਂ ਨੇ, ਚੋਣਾਂ ਦੇ ਵਿੱਚ
ਇੱਕ ਦੂਜੇ ਨੂੰ ਥੱਲੇ ਸੁੱਟਣ ਦੇ ਲਈ ਕਈ ਤਰ੍ਹਾਂ ਦੇ ਕਾਰਨਾਮੇ ਕੀਤੇ ਜਾਂਦੇ ਨੇ। ਸੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਕਰਦੇ ਹਾਂ ਕਿ ਮਜੀਠੀਆ ਜੀ ਜਿਹੜੇ ਕਿ 2 ਹਲਕਿਆਂ ਤੋਂ ਲੜ ਸਕਦੇ ਸਨ, ਇੱਕ ਮਜੀਠੀਆ ਤੋਂ ਇੱਕ ਅੰਮ੍ਰਿਤਸਰ ਤੋਂ, ਪਰ ਉਹਨਾਂ ਨੇ ਆਪਣਾ ਮਜੀਠੀਆ ਜਿਹੜਾ ਹਲਕਾ ਛੱਡ ਦਿੱਤਾ ਔਰ ਉਹਨਾਂ ਨੇ ਇਹ ਕਿਹਾ ਕਿ ਮੈਂ ਸਿਰਫ ਇਸ ਵਾਰ ਅੰਮ੍ਰਿਤਸਰ ਦੇ ਪੂਰਬੀ ਹਲਕੇ ਤੋਂ ਲੜਾਂਗਾ, ਕਾਰਨ ਕਿ ਮੈਨੂੰ ਨਵਜੋਤ ਸਿੱਧੂ ਨੇ ਚੈਲੰਜ ਦਿੱਤਾ ਤੇ ਮੈਂ ਚੈਲੰਜ ਨੂੰ ਐਕਸੈਪਟ ਕਰਦਾ। ਹੁਣ ਇੱਕ ਗੱਲ ਤੇ ਇਹ ਆਂਦੀ ਹੈ। ਦੂਸਰੀ ਗੱਲ, ਸ਼ੁੱਕਰਵਾਰ ਨੂੰ ਇੱਕ ਸਿੱਧੂ ਸਾਹਿਬ ਦੀ ਭੈਣ, ਅਸੀਂ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਸਕੀ ਭੈਣ ਹੈ ਜਾਂ ਫਿਰ ਉਹਨਾਂ ਦੀ ਸੌਤੇਲੀ ਭੈਣ ਹੈ, ਉਹਨਾਂ ਦਾ ਪਰਿਵਾਰਕ ਮਾਮਲਾ ਹੈ, ਪਰ ਉਹਨਾਂ ਦੀ ਭੈਣ ਦੇ ਵੱਲੋਂ ਸਿੱਧੂ ਦੇ ਕਿਰਦਾਰ ਦੇ ਉੱਤੇ ਬਹੁਤ ਜ਼ਿਆਦਾ ਇਲਜ਼ਾਮ ਲਗਾਏ ਗਏ ਨੇ। ਚੋਣਾਂ ਦੇ ਨਜ਼ਦੀਕ ਜਾ ਕੇ ਹੀ ਇਹ ਸਭ ਕਿਉਂ ਹੁੰਦਾ? ਦੇਖੋ, ਮੈਂ ਪਹਿਲੀ ਗੱਲ ਦਾ ਪਹਿਲਾਂ ਜਵਾਬ ਦੇਵਾਂ। ਨਵਜੋਤ ਸਿੰਘ ਸਿੱਧੂ ਬੜਾ ਤਿੜਕੇ ਗੱਲ ਕਹਿੰਦੇ ਰਹੇ ਕਿ ਜੇ ਮਜੀਠੀਏ 'ਚ ਯਾਨੀ ਬਿਕਰਮ ਸਿੰਘ ਮਜੀਠੀਆ 'ਚ ਇੰਨਾ ਹੀ ਦਮ ਹੈ ਤਾਂ ਫਿਰ ਉਹ ਮਜੀਠੀਆ ਨੂੰ ਛੱਡੇ, ਮਜੀਠੀਆ ਵਿਧਾਨ ਸਭਾ ਹਲਕੇ ਨੂੰ ਛੱਡੇ ਔਰ ਮੇਰੇ ਸਾਹਮਣੇ ਆ ਕੇ ਇੱਥੇ ਅੰਮ੍ਰਿਤਸਰ ਪੂਰਬੀ ਹਲਕੇ 'ਚੋਂ ਚੋਣ ਲੜ ਲੇ। ਤਾਂ ਬੀਤੀ ਕੱਲ੍ਹ ਉਹਨਾਂ ਨੇ ਉਹਨਾਂ ਦਾ ਇਹ ਚੈਲੰਜ ਸਵੀਕਾਰ ਕਰ ਲਿਆ ਜੀ ਔਰ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਮੈਂ ਮਜੀਠੀਏ ਤੋਂ ਚੋਣ ਨਹੀਂ ਲੜੂੰਗਾ, ਹੁਣ ਮੈਂ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜੂੰਗਾ। ਔਰ ਇਹਦੇ ਦੌਰਾਨ ਇੱਕ ਹੋਰ ਘਟਨਾਕ੍ਰਮ ਹੋਇਆ। ਉਹ ਘਟਨਾਕ੍ਰਮ ਇਹ ਹੈ ਕਿ ਅਕਾਲੀ ਦਲ ਬਾਦਲ ਨੇ ਹਿੰਦੁਸਤਾਨ ਸ਼ਿਵ ਸੈਨਾ ਜਿਹੜੀ ਹੈ, ਸ਼ਿਵ ਸੈਨਾ ਹਿੰਦੁਸਤਾਨ ਕਹਿੰਦੇ ਜਿਹਨੂੰ, ਉਹਦੇ ਨਾਲ ਆਪਣਾ ਸਿਆਸੀ ਸਮਝੌਤਾ ਕਰ ਲਿਆ ਔਰ ਸ਼ਿਵ ਸੈਨਾ ਵਾਲੇ ਕਹਿੰਦੇ ਨੇ ਕਿ ਅਸੀਂ ਮਤਲਬ ਕਿਸੇ ਸੀਟ ਦੀ ਮੰਗ ਨਹੀਂ ਕਰਾਂਗੇ, ਅਸੀਂ ਤਾਂ ਪੰਜਾਬ ਦੇ ਵਿੱਚ ਦੋਵਾਂ ਫਿਰਕਿਆਂ ਦੇ ਦਰਮਿਆਨ ਜਿਹੜੇ ਪਿਆਰ ਵਾਲਾ ਮਾਹੌਲ ਹੈ ਉਸ ਨੂੰ ਮਤਲਬ ਬਰਕਰਾਰ ਰੱਖਣਾ ਚਾਹੁੰਦੇ ਹਾਂ, ਇਹ ਸੂਬੇ ਦੀ ਅਮਨ ਸ਼ਾਂਤੀ ਵਾਸਤੇ ਅਸੀਂ ਕੁਝ ਵੀ ਕਰ ਸਕਦੇ ਹਾਂ। ਤੇ ਇਹ ਸਮਝੌਤਾ ਹੋ ਗਿਆ। ਹੁਣ ਇਹ ਜਿਹੜਾ ਸਮਝੌਤਾ ਇਹ ਕੋਈ ਐਵੇਂ ਨਹੀਂ ਕੀਤਾ ਗਿਆ। ਗੱਲ ਇਹ ਹੈ ਕਿ ਸ਼ਿਵ ਸੈਨਾ ਹਿੰਦੁਸਤਾਨ ਦੇ ਉਹੀ ਆਗੂ ਨੇ ਜਿਹੜੇ ਕਿ ਜਗਤਾਰ ਸਿੰਘ ਹਵਾਰਾ ਬਾਰੇ ਬੜਾ ਕੁਝ ਬੋਲਦੇ ਰਹੇ, ਹੈ ਨਾ, ਸਿੱਖ ਮਤਲਬ ਜਿਹੜੇ ਆਗੂ ਹੈ ਉਹਨਾਂ ਬਾਰੇ ਬੋਲਦੇ ਰਹੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਖਾੜਕੂ ਤਬੀਅਤ ਵਾਲੇ ਨੇ। ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਦੇ ਖਿਲਾਫ ਵੀ ਉਲ ਜਲੂਲ ਬੋਲਦੇ ਰਹੇ, ਮਤਲਬ ਇਸ ਤਰ੍ਹਾਂ ਬੋਲਦੇ ਰਹੇ ਨੇ ਹੁਣ ਤੱਕ। ਲੇਕਿਨ ਸ਼੍ਰੋਮਣੀ ਅਕਾਲੀ ਦਲ ਨਾਲ ਉਹਨਾਂ ਦਾ ਸਮਝੌਤਾ ਹੋ ਜਾਣਾ, ਇਹਦਾ ਮਤਲਬ ਇਹ ਹੈ ਕਿ ਹੁਣ ਉਹ ਉਸ ਤਰ੍ਹਾਂ ਦੀ ਕੋਈ ਬਿਆਨਬਾਜ਼ੀ ਨਹੀਂ ਕਰਨਗੇ। ਔਰ ਫਿਰ ਇਹ ਹੈ ਕਿ ਜਿਹੜੇ ਕੱਟੜ ਕਿਸਮ ਦੇ ਹਿੰਦੂ ਨੇ, ਮਤਲਬ ਹਰ ਜਮਾਤ 'ਚ ਹੀ ਹੁੰਦੇ ਨੇ, ਕੱਟੜ ਤਬੀਅਤ ਵਾਲੇ ਲੋਕ ਹਰ ਫਿਰਕੇ 'ਚ ਹੁੰਦੇ ਨੇ, ਤਾਂ ਉਹ ਹਰ ਹਾਲ ਮਤਲਬ ਸ਼ਿਵ ਸੈਨਾ ਦੇ ਕਹੇ ਤੇ ਉੱਥੇ ਹੀ ਵੋਟ ਪਾਉਣਗੇ ਜਿੱਥੇ ਉਹ ਕਹਿਣਗੇ ਜੀ। ਇਹਦਾ ਮਤਲਬ ਇਹ ਹੈ ਕਿ ਅਕਾਲੀ ਦਲ ਦਾ ਵੋਟ ਬੈਂਕ ਹੈ ਜਿਹੜਾ ਉਹ ਖਾਸ ਕਰਕੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਵਿੱਚ ਜਿੱਥੇ ਕਿ ਹਿੰਦੂ ਵੋਟ ਬੈਂਕ ਦੀ ਬਹੁਲਤ ਹੈ ਉੱਥੇ ਇਹਦਾ ਅਸਰ ਵੇਖਣ ਨੂੰ ਮਿਲੇਗਾ ਜੀ। ਫਿਰ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਸੰਬੰਧ ਵਿੱਚ ਜੋ ਤਰਕ ਪੇਸ਼ ਕਰ ਰਹੇ ਨੇ ਬਿਕਰਮ ਸਿੰਘ ਮਜੀਠੀਆ ਕਿ ਇਹ ਬੰਦਾ ਇੰਨੇ ਸਾਲ ਇੱਥੇ ਮੈਂਬਰ ਪਾਰਲੀਮੈਂਟ ਵੀ ਰਿਹਾ, ਵਿਧਾਇਕ ਵੀ ਰਿਹਾ, ਰਾਜ ਸਭਾ ਦਾ ਮੈਂਬਰ ਵੀ ਰਿਹਾ, ਪਰ ਇਹਨੇ ਇੱਥੇ ਕੀਤਾ ਕੀ ਹੈ? ਬਿਲਕੁਲ, ਮਤਲਬ ਕੋਈ ਸਮਾਰਕਤਾ ਦਿਖਾਓ ਨਾ ਵੀ ਇਹਨੇ ਇਹ ਕਰ ਲਿਆ। ਲੇਕਿਨ ਜਿੱਥੋਂ ਤੱਕ ਅਕਾਲੀ ਦਲ ਬਾਦਲ ਦਾ ਸਵਾਲ ਹੈ, ਉਹਨਾਂ ਦੇ ਹੱਕ 'ਚ ਇੱਕ ਬਹੁਤ ਵੱਡੀ ਗੱਲ ਜਾਂਦੀ ਹੈ ਜਿਹੜੀ ਉਹਨਾਂ ਨੇ ਹੈਰੀਟੇਜ ਸਟਰੀਟ ਬਣਾਈ ਹੈ। ਭਾਵੇਂ ਉੱਥੇ ਕੁਝ ਕਮਜ਼ੋਰੀਆਂ ਨੇ, ਤਕਨੀਕੀ ਕਮਜ਼ੋਰੀਆਂ ਨੇ, ਮਤਲਬ ਬਾਰਿਸ਼ ਦੇ ਦਿਨਾਂ ਦੇ ਵਿੱਚ ਪਾਣੀ ਦਾ ਕੋਈ ਆਊਟਲੈਟ ਨਹੀਂ, ਪਰ ਈਵਨ ਦੈਨ ਉੱਥੇ ਜਾ ਕੇ ਇਹ ਜ਼ਰੂਰ ਲੱਗਦਾ ਕਿ ਇਹ ਜਿਹੜਾ ਇਲਾਕਾ ਸੀਗਾ ਇੰਨਾ ਤੰਗ ਸੀਗਾ, ਇੱਥੇ ਲੋਕਾਂ ਨੂੰ ਆ ਕੇ ਰਾਹਤ ਮਿਲਦੀ ਹੈ। ਔਰ ਤੁਸੀਂ ਦੇਖੋ ਕਿੰਨਾ ਖੂਬਸੂਰਤ ਮੰਜ਼ਰ ਹੈ ਜਦੋਂ ਉੱਥੋਂ ਦੀ ਲੰਘਦੇ ਆ ਕਿ ਐਵੇਂ ਲੱਗਦਾ ਕਿ ਕਿਸੇ ਬਾਹਰਲੇ ਮੁਲਕ ਦੇ ਵਿੱਚ ਅਸੀਂ ਵਿਚਰ ਰਹੇ ਹਾਂ। ਇਹ ਕੰਮ ਤਾਂ ਕੀਤਾ ਉਹਨਾਂ ਨੇ ਔਰ ਅੰਮ੍ਰਿਤਸਰ ਦੇ ਵਿੱਚ ਉਸ ਜਗ੍ਹਾ ਤੇ ਕੀਤਾ ਜਿਸ ਜਗ੍ਹਾ ਤੇ ਸੰਭਾਵਨਾ ਹੀ ਨਹੀਂ ਸੀ ਕਿ ਇੱਥੇ ਕਦੇ ਇੰਨਾ ਖੁੱਲਾ ਸਾਰਾ ਕੁਝ ਹੋ ਸਕਦਾ ਹੈ। ਬਿਲਕੁਲ, ਬਿਕਰਮ ਸਿੰਘ ਮਜੀਠੀਆ ਦੇ ਉੱਪਰ ਇਲਜ਼ਾਮ ਬੜੇ ਨੇ ਔਰ ਇੱਥੋਂ ਤੱਕ ਕਿ ਨਵਜੋਤ ਸਿੱਧੂ ਵਿਧਾਨ ਸਭਾ ਦੇ ਵਿੱਚ ਵੀ ਉਹਨਾਂ ਦੇ ਮੂੰਹ ਤੇ ਕਹਿੰਦੇ ਰਹੇ ਨੇ ਕਿ ਤੂੰ ਚਿੱਟੇ ਦਾ ਵਪਾਰੀ ਹੈ ਜਾਏ ਹੈ। ਲੇਕਿਨ ਗੱਲ ਇਹ ਹੈ ਕਿ ਜਦ ਤੱਕ ਕਿਸੇ ਦੇ ਬੰਦੇ ਦੇ ਉੱਪਰ ਕੋਈ ਆਰੋਪ ਜਿਹੜਾ ਹੈ ਉਹ ਅਦਾਲਤ ਦੇ ਵਿੱਚ ਸਾਬਤ ਨਹੀਂ ਹੁੰਦਾ ਜਾਂ ਕਾਨੂੰਨ ਪ੍ਰਣਾਲੀ ਸਾਬਤ ਨਹੀਂ ਕਰਦੀ ਉਸ ਨੂੰ ਮੁਜਰਮ, ਉਨੀ ਦੇਰ ਤੱਕ ਤੁਸੀਂ ਉਸ ਨੂੰ ਮੁਲਜ਼ਮ ਹੀ ਕਹੋਗੇ, ਮੁਜਰਮ ਨਹੀਂ ਕਹਿ ਸਕਦੇ। ਔਰ ਕਿਉਂਕਿ ਹੁਣ ਇਹ ਸਾਰਾ ਮਾਮਲਾ ਜ਼ੇਰੇ ਗੌਰ ਹੈ ਸਰਵਉੱਚ ਅਦਾਲਤ ਦੇ, ਉਸ ਤੋਂ ਪਹਿਲਾਂ ਕੋਈ ਬੰਦਾ ਜਦੋਂ ਐਵੇਂ ਟਿੱਪਣੀ ਕਰਦਾ, ਭਾਵੇਂ ਉਹ ਨਵਜੋਤ ਕੌਰ ਸਿੱਧੂ ਹੈ, ਭਾਵੇਂ ਉਹ ਨਵਜੋਤ ਸਿੰਘ ਸਿੱਧੂ ਹੈ ਜਾਂ ਕੋਈ ਹੋਰ ਐਰਾ ਗੈਰਾ ਨੱਥੂ ਖਹਿਰਾ ਹੈ, ਲੇਕਿਨ ਬਿਕਰਮ ਸਿੰਘ ਮਜੀਠੀਆ ਤੇ ਤੁਸੀਂ ਉਨੀ ਦੇਰ ਤੱਕ ਉਂਗਲ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਉਹਨਾਂ ਦੇ ਉੱਪਰ ਲਾਏ ਹੋਏ ਆਰੋਪ ਸਾਬਤ ਨਹੀਂ ਹੁੰਦੇ। ਤਾਂ ਉਸ ਹਿਸਾਬ ਨਾਲ ਬਿਕਰਮ ਸਿੰਘ ਮਜੀਠੀਆ ਬਹੁਤ ਵੱਡਾ ਸਿਆਸੀ ਖਿਡਾਰੀ ਹੈ ਔਰ ਉਸੇ ਤਰ੍ਹਾਂ ਹੀ ਤੇਜ਼ ਤਰਾਰ ਹੈ ਜਿਸ ਤਰ੍ਹਾਂ ਨਵਜੋਤ ਸਿੱਧੂ ਆਪਣੇ ਆਪ ਨੂੰ ਸਮਝਦਾ ਹੈ। ਪਰ ਲੇਕਿਨ ਇਹ ਫਰਕ ਦੋਨਾਂ ਦੇ ਵਿੱਚ ਇਹ ਹੈ ਕਿ ਉਹ ਉਹਨਾਂ ਕੀ ਬੋਲਦਾ ਜਿੰਨਾ ਉਹਨੂੰ ਪਤਾ ਹੈ ਕਿ ਆਪਣੇ ਵਿਰੋਧੀ ਨੂੰ ਮਾਤ ਦੇਣ ਵਾਸਤੇ ਮੈਨੂੰ ਬੋਲਣਾ ਚਾਹੀਦਾ। ਬਿਲਕੁਲ ਠੀਕ। ਬਿਕਰਮ ਸਿੰਘ ਮਜੀਠੀਆ ਨੂੰ ਹਰਾਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਉਸ ਹਾਲਤ ਦੇ ਵਿੱਚ ਜਦੋਂ ਕਿ ਪੰਜਾਬ ਦੇ ਵਿੱਚ ਹਰ ਇਲਾਕੇ 'ਚ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਬਹੁਤ ਕੋਣੀ ਮੁਕਾਬਲਾ ਹੈ ਔਰ ਉੱਥੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਵੀ ਨੇ, ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਹੋਵੇਗਾ, ਸੰਯੁਕਤ ਸਮਾਜ ਮੋਰਚੇ ਦਾ ਵੀ ਉਮੀਦਵਾਰ ਹੋਵੇਗਾ। ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਬੜਾ ਮੈਟਰ ਕਰਦੀਆਂ ਨੇ ਕਿਉਂਕਿ ਵੋਟਾਂ ਨੇ ਜਿਹੜੀਆਂ ਹੁਣ ਤਕਸੀਮ ਹੋਣਗੀਆਂ ਅਲੱਗ-ਅਲੱਗ ਥਾਵਾਂ ਦੇ ਉੱਪਰ ਔਰ ਜਿਹੜਾ ਵੀ ਵਿਅਕਤੀ
ਉੱਥੋਂ ਦੇ ਇਸ ਹਲਕੇ ਦੇ ਅੰਮ੍ਰਿਤਸਰ ਪੂਰਬੀ ਹਲਕੇ ਦੀ ਗੱਲ ਕਰਦਾ ਮੈਂ, ਉੱਥੋਂ ਦੇ ਜਿਹੜਾ ਨਿੱਗਰ ਵਪਾਰੀ ਵੋਟ ਬੈਂਕ ਹੈ, ਜਿਹਨੂੰ ਆਪਾਂ ਹਿੰਦੂ ਵੋਟ ਬੈਂਕ ਕਹਿੰਦੇ, ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੈ ਜੀ, ਜਿਹੜਾ ਉਸ ਨੂੰ ਆਪਣੇ ਵੱਲ ਕਰ ਗਿਆ ਤਾਂ ਉਹੀ ਇਸ ਚੋਣ ਦੇ ਵਿੱਚ ਸ਼ਾਹ ਸਵਾਰ ਹੋਵੇਗਾ। ਲੇਕਿਨ ਇਹ ਹੈ ਕਿ ਅਕਾਲੀਆਂ ਦਾ ਅੰਮ੍ਰਿਤਸਰ ਵਿੱਚ ਪ੍ਰਭਾਵ ਹੈ ਰਿਹਾ ਜੀ ਜੀ, ਔਰ ਨਵਜੋਤ ਸਿੰਘ ਸਿੱਧੂ ਤੁਹਾਨੂੰ ਪਤਾ ਹੈ ਕਿ ਅਕਾਲੀਆਂ ਦੀ ਮਦਦ ਨਾਲ ਹੀ ਪਹਿਲਾਂ ਜਿੱਤਦਾ ਰਿਹਾ। ਤਾਂ ਇਸ ਕਰਕੇ ਜੇ ਬਿਕਰਮ ਸਿੰਘ ਮਜੀਠੀਆ ਨੇ ਚੁਣੌਤੀ ਕਬੂਲੀ ਹੈ ਤਾਂ ਉਹਨੇ ਫਿਰ ਕੁਝ ਸੋਚ ਸਮਝ ਕੇ ਕਬੂਲੀ ਹੈ। ਜੀ ਬਿਲਕੁਲ। ਔਰ ਇਸ ਚੁਣੌਤੀ ਦੇ ਵਿੱਚ ਮੈਂ ਉਹੀ ਤੁਹਾਡੇ ਨਾਲ ਸਰ ਦੁਬਾਰਾ ਸਵਾਲ ਕਰਨ ਲੱਗੀ ਹਾਂ ਕਿ ਚੋਣਾਂ ਦੇ ਨਜ਼ਦੀਕ ਜਾ ਕੇ ਹੀ ਇੱਕ ਦੂਜੇ ਦੇ ਪਰਿਵਾਰਾਂ ਦੇ ਵਿੱਚੋਂ ਇਹ ਪੁਰਾਣੀਆਂ ਗੱਲਾਂ ਕੱਢ ਕੇ ਜਿਹੜੀਆਂ ਸਾਹਮਣੇ ਆਉਂਦੀਆਂ ਨੇ, ਚੋਣਾਂ ਦੇ ਦਿਨਾਂ ਦੇ ਵਿੱਚ ਕਿਉਂ ਹੁੰਦਾ? ਕੀ ਇਹਦੇ ਪਿੱਛੇ ਕੋਈ ਰਾਜਨੀਤੀ ਹੈ? ਦੇਖੋ, ਉਹਨਾਂ ਦੀ ਭੈਣ ਦਾ ਜੋ ਬਿਆਨ ਆਇਆ ਹੈ, ਉਹ ਬਿਆਨ ਤੋਂ ਜਦੋਂ ਸ਼ੁਰੂ 'ਚ ਅਸੀਂ ਸੁਣਿਆ ਤਾਂ ਉਹ ਲੱਗਿਆ ਵੀ ਬੜਾ ਬੰਦਾ ਸੁਣਨ ਵਾਲਾ ਵੀ ਜਜ਼ਬਾਤੀ ਹੋ ਜਾਂਦਾ, ਕਿਉਂਕਿ ਮੁਸਲਸਲ ਰੋ ਰਹੀ ਸੀ ਜਦੋਂ ਉਹਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੇ ਬੜੇ ਮਤਲਬ ਸੰਗੀਨ ਇਲਜ਼ਾਮ ਲਾਏ ਕਿ ਸਾਡੀ ਮਾਂ ਸੀ ਜਿਹੜੀ ਉਹ ਲਾਵਾਰਿਸ ਦਿੱਲੀ ਦੇ ਇੱਕ ਸਟੇਸ਼ਨ ਦੇ ਉੱਤੇ ਇਸ ਜਹਾਨ ਫਾਨੀ ਤੋਂ ਰੁਖਸਤ ਹੋ ਗਈ ਔਰ ਇਹਨੇ ਪੁੱਛੀ ਨਹੀਂ, ਬਾਤ ਨਹੀਂ ਪੁੱਛੀ। ਔਰ ਜਦੋਂ ਉਹਨੇ ਘਰੋਂ ਗਈ ਉਹ ਤਾਂ ਉਹਨੇ ਕਿਹਾ ਕਿ ਮੈਨੂੰ ਮਤਲਬ ਮੇਰੀ ਮਾਂ ਕੋਲੇ ਛੱਡਿਆ, ਤਾਂ ਇਹਨੇ ਉਹਨੂੰ ਕਾਰ ਨਹੀਂ ਦਿੱਤੀ। ਇਸ ਤਰ੍ਹਾਂ ਦੀ ਉਹਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਫਿਰ ਉਹਨੇ ਇਹ ਵੀ ਕਿਹਾ ਸਾਨੂੰ ਪੈਸੇ ਦੀ ਕੋਈ ਝਾਕ ਨਹੀਂ ਸੀਗੀ, ਅਸੀਂ ਤਾਂ ਮਤਲਬ ਇਹਦੀ ਬਿਹਤਰੀ ਵਾਸਤੇ ਦੁਆਵਾਂ ਕਰਦੀਆਂ ਸੀ। ਇਸ ਤਰ੍ਹਾਂ ਦੀ ਗੱਲ ਕੀਤੀ। ਵੀ ਮੇਰੀ ਇੱਕ ਹੋਰ ਭੈਣ ਵੀ ਸੀ ਜਿਹੜੀ ਕਿ ਇੱਕ ਐਕਸੀਡੈਂਟ ਦੇ ਵਿੱਚ ਜਿਹਦੀ ਮੌਤ ਹੋ ਗਈ ਔਰ ਉਹਦੀ ਬੱਚੀ ਸੀ ਜਿਹੜੀ, ਉਹਨੂੰ ਮੈਂ ਅਮਰੀਕਾ ਲੈ ਗਈ। ਲੇਕਿਨ ਸਵਾਲ ਇਹ ਹੈ ਕਿ ਇਹ ਚੋਣਾਂ ਵੇਲੇ ਕਿਉਂ? ਜੀ ਬਿਲਕੁਲ। ਔਰ ਦੂਸਰੀ ਗੱਲ ਜਿਹੜੀ ਪ੍ਰੂਵ ਹੋਈ ਹੈ ਉਹ ਇਹ ਹੈ ਕਿ ਸਰਦਾਰ ਭਗਵੰਤ ਸਿੰਘ ਜਿਹੜੇ ਕਿ ਪਿਤਾ ਨੇ, ਇਹਨਾਂ ਦੇ ਪਿਤਾ ਸੀ ਆਪਣੇ ਨਵਜੋਤ ਸਿੰਘ ਸਿੱਧੂ ਦੇ, ਉਹਨਾਂ ਦੇ ਇੱਕ ਦੋਸਤ ਦਾ ਵੀ ਬਿਆਨ ਆਇਆ। ਉਹਨਾਂ ਨੇ ਬਿਆਨ ਜਾਰੀ ਕੀਤਾ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਇੰਟਰਵਿਊ ਵੀ ਬੜੀ ਮਤਲਬ ਵਾਇਰਲ ਹੋਈ ਹੈ। ਉਹ ਬੰਦੇ ਨੂੰ ਵੇਖ ਕੇ ਲੱਗਦਾ ਕਿ ਇਹ ਬੰਦਾ ਝੂਠ ਨਹੀਂ ਮਾਰ ਸਕਦਾ ਜੀ, ਔਰ ਉਹ ਝੂਠ ਮਾਰਿਆ ਵੀ ਨਹੀਂ ਉਹਨਾਂ ਨੇ। ਉਹ ਜਿਸ ਤਰ੍ਹਾਂ ਮਤਲਬ ਸਾਬਤ ਮਤਲਬ ਸੂਰਤ ਤਰੀਕੇ ਨਾਲ ਗੱਲਬਾਤ ਕਰ ਰਹੇ ਨੇ, ਉਹਦੇ ਤੋਂ ਇਹੀ ਹੈ ਕਿ ਉਹ ਬਿਲਕੁਲ ਜੋ ਕਹਿ ਰਹੇ ਨੇ ਉਹ 100% ਹੀ ਸੱਚ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਮੈਂ ਸਰਦਾਰ ਭਗਵੰਤ ਸਿੰਘ ਦਾ ਬਹੁਤ ਕਰੀਬੀ ਮਿੱਤਰ, ਮੈਂ ਉਹਨਾਂ ਦੇ ਕੋਲੇ ਜਾਂਦਾ ਵੀ ਰਿਹਾ। ਜਦੋਂ ਅਪੈਂਡਿਕਸ ਫਟੀ ਉਸ ਤੋਂ ਬਾਅਦ ਬਿਮਾਰ ਹੋ ਗਏ, ਫਿਰ ਰਾਜੀ ਹੋ ਗਏ। ਫਿਰ ਉਹਨਾਂ ਦੀ ਮਤਲਬ ਇੱਕ ਕਹਿ ਲਓ ਕਿ ਜਵਾਨ ਉਮਰ ਹੀ ਹੁੰਦੀ ਹੈ 52-53 ਸਾਲ ਦੀ, ਜੋ ਵੀ 55 ਸਾਲ ਦੀ, ਤਾਂ ਉਸ ਵੇਲੇ ਉਹਨਾਂ ਦੀ ਡੈਥ ਹੋ ਗਈ। ਪਰ ਕਹਿੰਦੇ ਉਦੋਂ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਸ਼ੀਦਗੀ ਨਹੀਂ ਸੀਗੀ। ਮਤਲਬ ਮੈਂ ਕੋਈ ਉੱਥੇ ਕੋਈ ਇਸ ਤਰ੍ਹਾਂ ਦਾ ਨਹੀਂ ਵੇਖਿਆ ਕਿ ਉੱਥੇ ਕੋਈ ਕੋਹਰਾਮ ਮਚਿਆ ਹੋਵੇ ਜਾਂ ਕੋਈ ਲੜਾਈ ਝਗੜਾ ਹੋਇਆ ਹੋਵੇ, ਕੋਈ ਫਸਾਦ ਹੋਇਆ ਹੋਵੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ। ਕੁਝ ਸਾਲ ਪਹਿਲਾਂ ਇਹੀ ਭੈਣ ਮਤਲਬ ਕੋਈ ਇਸ ਤਰ੍ਹਾਂ ਦਾ ਮਤਲਬ ਪ੍ਰਗਟਾਵਾ ਨਹੀਂ ਕਰ ਰਹੀ ਕਿ ਵੀ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਾਹੌਲ ਹੈ ਜਾਂ ਇਹਨੇ ਕੋਈ ਨਵਜੋਤ ਸਿੰਘ ਸਿੱਧੂ ਨੇ ਕਿਸੇ ਨਾਲ ਕੋਈ ਬੇਈਮਾਨੀ ਕੀਤੀ ਹੈ ਜਾਂ ਮਾਂ ਨਾਲ ਕੋਈ ਬਦਸਲੂਕੀ ਕੀਤੀ ਹੈ, ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਹੁਣ ਇਸ ਤਰ੍ਹਾਂ ਜਾਪਦਾ ਮੈਨੂੰ ਤਾਂ ਕਿ ਇਹ ਇੱਕ ਤਰ੍ਹਾਂ ਨਾਲ ਪਲਾਂਟ ਕੀਤੀ ਹੋਈ ਸਾਰੀ ਗੱਲਬਾਤ ਹੈ। ਔਰ ਨਹੀਂ ਤਾਂ ਤੁਸੀਂ ਕੁਝ ਵੀ ਹੋਵੇ ਘਰ ਦੇ ਵਿੱਚ, ਤੁਹਾਡੇ ਘਰ ਦੇ ਵਿੱਚ ਜੋ ਮਰਜ਼ੀ ਹੋ ਜਾਏ, ਤੁਹਾਡੇ ਘਰ ਦਾ ਕੋਈ ਮੈਂਬਰ ਕੋਈ ਵੱਡਾ ਬਣ ਜੇ, ਕੋਈ ਵੱਡਾ ਮਤਲਬ ਰੁਤਬਾ ਹਾਸਿਲ ਕਰ ਲੇ, ਪਰ ਤੁਸੀਂ ਆਪਣੇ ਘਰ ਦੀਆਂ ਗੱਲਾਂ ਨੂੰ ਬਾਹਰ ਥੋੜੀ ਉਛਾਲਦੇ ਹੁੰਦੇ ਹੋ। ਬਿਲਕੁਲ। ਮਤਲਬ ਮੈਂ ਥੋੜੀ ਕਹੂੰਗਾ ਵੀ ਚੌਂਕ 'ਚ ਖੜ ਕੇ ਕਹੂੰਗਾ ਮੇਰੀ ਮਾਂ ਨਾਲ ਫਲਾਣੇ ਨੇ ਐਂ ਕੀਤਾ, ਮੇਰੇ ਭਰਾ ਨੇ ਐਂ ਕੀਤਾ, ਜਾਂ ਮੇਰੀ ਭੈਣ ਮੈਨੂੰ ਐਂ ਕਰ ਗਈ ਹੈ ਨਾ, ਜਾਂ ਮੈਨੂੰ ਮੇਰਾ ਜੀਜਾ ਰਾਤ ਨੂੰ ਗਾਲਾਂ ਕੱਢ ਗਿਆ, ਮੈਂ ਇਹ ਚੌਂਕ 'ਚ ਖੜ ਕੇ ਥੋੜੀ ਕਹੂੰਗਾ। ਇਹਦਾ ਮੈਨੂੰ ਲਾਭ ਕੀ ਹੈ? ਮੇਰਾ ਇਹ ਮਤਲਬ ਇਹ ਤਾਂ ਇਹੀ ਹੈ ਨਾ, ਮੈਂ ਆਪਣਾ ਢਿੱਡ ਆਪੇ ਹੀ ਨੰਗਾ ਕਰੀ ਜਾਣਾ। ਤੇ ਨਾਲੇ ਬੀਬੀ ਕਹਿ ਵੀ ਰਹੀ ਹੈ, ਪਰ ਮਜਬੂਰੀ ਕਿਸ ਗੱਲ ਦੀ ਹੈ? ਜੋ ਹੋਇਆ ਅਤੀਤ ਦੇ ਵਿੱਚ, ਜੋ ਕੁਝ ਵੀ ਹੋਇਆ, ਇਹ ਕਿਵੇਂ ਕਿਹਾ ਜਾ ਸਕਦਾ ਕਿ ਬੀਬੀ ਤੂੰ ਕਸੂਰਵਾਰ ਨਹੀਂ, ਔਰ ਤੂੰ ਇਹ ਕਿਵੇਂ ਕਹਿ ਸਕਦੀ ਹੈ ਕਿ ਸਿਰਫ ਨਵਜੋਤ ਸਿੰਘ ਸਿੱਧੂ ਹੀ ਕਸੂਰਵਾਰ ਨੇ? ਉਹ ਗੱਲ ਇਹ ਹੈ ਕਿ ਆਪਣੇ ਘਰ ਦੇ ਮਸਾਇਲ ਤੁਹਾਨੂੰ ਪਬਲਿਕ ਦੇ ਵਿੱਚ ਨਹੀਂ ਲਿਆਉਣੇ ਚਾਹੀਦੇ ਸੀ, ਪਰ ਹੁਣ ਕਿਉਂਕਿ ਚੋਣਾਂ ਨੇ, ਨਵਜੋਤ ਸਿੰਘ ਸਿੱਧੂ ਦੀ ਜਿਹੜੀ ਮਤਲਬ ਕਹਿ ਲਓ ਕਿ ਸਿਆਸੀ ਜਿਹੜਾ ਜੀਵਨ ਹੈ ਉਹ ਦਾਅ ਤੇ ਲੱਗਿਆ ਹੋਇਆ, ਔਰ ਤੁਹਾਨੂੰ ਤਾਂ ਚਾਹੀਦਾ ਸੀ ਕਿ ਤੁਸੀਂ ਉਹਨਾਂ ਦੇ ਨਾਲ ਖੜੋ, ਠੀਕ, ਪਰ ਤੁਸੀਂ ਆ ਕੇ ਉਹਨਾਂ ਨੂੰ ਭੰਡਣ ਲੱਗ ਪਏ ਹੋ। ਤੇ ਇਹਦਾ ਮਤਲਬ ਇਹ ਹੈ ਕਿ ਭੰਡਣ ਦਾ ਇਹ ਸਮਾਂ ਤੇ ਸਥਾਨ ਜਿਹੜਾ ਚੁਣਿਆ ਹੈ, ਇਹ ਤੁਸੀਂ ਪਾਰਟਿਕੂਲਰਲੀ ਹੁਣੇ ਕੋਈ ਚੁਣਿਆ, ਥੋੜੇ ਦਿਨ ਹੋਰ ਠਹਿਰ ਜਾਂਦੇ, ਵੋਟਾਂ ਲੰਘ ਜਾਣ। ਜੀ ਬਿਲਕੁਲ। ਪ੍ਰੈਸ ਕਾਨਫਰੰਸ ਦੇ ਵਿੱਚ ਵੀ ਉਹਨਾਂ ਦੀ ਭੈਣ ਨੂੰ ਬਾਰ-ਬਾਰ ਪੱਤਰਕਾਰ ਇਹੀ ਸਵਾਲ ਕਰ ਰਹੇ ਸਨ ਕਿ ਹੁਣ ਹੀ ਕਿਉਂ, ਕਿਉਂਕਿ ਉਹਨਾਂ ਦੇ ਮਾਤਾ ਜੀ ਨੂੰ ਵੀ ਐਕਸਪਾਇਰ ਹੋਇਆ ਬਹੁਤ ਸਾਲ ਹੋ ਚੁੱਕੇ ਨੇ, ਸੋ ਇੰਨੇ ਸਾਲਾਂ ਬਾਅਦ ਹੀ ਕਿਉਂ ਤੁਸੀਂ ਆਪਣਾ ਜਿਹੜਾ ਘਰ ਦਾ ਮਸਲਾ ਹੈ ਬਾਰ-ਬਾਰ ਮੀਡੀਆ ਦੇ ਵਿੱਚ ਆ ਕੇ ਹੁਣ ਉਛਾਲ ਰਹੇ ਹੋ। ਸੋ ਇਹੀ ਸਵਾਲ ਉਹਨਾਂ ਨੂੰ ਬਾਰ-ਬਾਰ ਕੀਤਾ ਜਾ ਰਿਹਾ ਸੀ। ਅਗਲੀ ਗੱਲ ਕਰਦੇ ਹਾਂ ਸਰ, ਮੈਂ ਤੁਹਾਡੇ ਨਾਲ ਹੁਣ ਅਗਲਾ ਸਵਾਲ ਕਰੂੰਗੀ ਯੂਕਰੇਨ ਨੂੰ ਲੈ ਕੇ, ਜਿਹੜਾ ਕਿ ਪਹਿਲਾਂ ਕਦੇ ਸੋਵੀਅਤ ਯੂਨੀਅਨ ਦਾ ਹਿੱਸਾ ਹੋਇਆ ਕਰਦਾ ਸੀ, ਫਿਰ ਯੂਕਰੇਨ ਆਜ਼ਾਦ ਹੋਇਆ। ਹੁਣ ਅੱਜ ਦੇ ਸਮੇਂ ਦੇ ਵਿੱਚ ਰੂਸ ਦੇ ਵੱਲੋਂ ਯੂਕਰੇਨ ਦੇ ਉੱਤੇ ਹਮਲਾ ਕਰਨ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਕਿਤੇ ਨਾ ਕਿਤੇ ਕੁਝ ਚਿੰਤਕਾਂ ਨੂੰ ਐਂ ਲੱਗਦਾ ਹੈ ਕਿ ਜੇਕਰ ਰੂਸ ਨੇ ਤਿਆਰੀ ਕਰ ਲਈ ਹੈ, ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕਰਨ ਦੀ, ਔਰ ਅਗਰ ਉਹ ਆਪਣੀ ਇਸ ਪਲੈਨਿੰਗ ਦੇ ਉੱਤੇ ਕੰਮ ਕਰਦਾ ਵੀ ਹੈ, ਤਾਂ ਸੰਸਾਰ ਦੇ ਵਿੱਚ ਸ਼ਾਇਦ ਥਰਡ ਵਰਲਡ ਵਾਰ ਲੱਗਣ ਦੇ ਆਸਾਰ ਨੇ। ਤੁਹਾਨੂੰ ਕੀ ਲੱਗਦਾ ਹੈ? ਸ਼ੀਤਲ ਜੀ, ਆਲਮੀ ਪੱਧਰ ਤੇ ਸੱਤਾ ਤੇ ਆਰਥਿਕ ਤਾਕਤ ਦੇ ਤਵਾਜ਼ਨ ਬਦਲਦੇ ਰਹਿੰਦੇ ਨੇ। ਦੁਨੀਆ ਦੇ ਵਿੱਚ ਜਿਵੇਂ
ਇੱਕ ਦੇਸ਼ ਵਿੱਚ 2 ਪਾਰਟੀਆਂ ਜਾਂ 3 ਪਾਰਟੀਆਂ ਹੁੰਦੀਆਂ ਨੇ ਜਾਂ ਇਹ ਤੋਂ ਵੱਧ ਹੁੰਦੀਆਂ ਨੇ, ਉਹਨਾਂ ਦਾ ਮੂਲ ਮਨੋਰਥ ਹੁੰਦਾ ਸੱਤਾ ਤੇ ਕਾਬਜ਼ ਕਰਨਾ, ਆਰਥਿਕ ਸਰੋਤਾਂ ਨੂੰ ਆਪਣੇ ਮੁਤਾਬਕ ਵਰਤਣਾ। ਇਹੀ ਸਾਰਾ ਕੁਝ ਦੁਨੀਆ 'ਚ ਹੋ ਰਿਹਾ। ਜਿਹੜੀ ਨਾਟੋ ਹੈ, ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜੀ, ਇਹ ਇੱਕ ਫੌਜੀ ਮਹਾਜ਼ ਹੈ, ਮਤਲਬ ਸੈਨਾ ਦਾ ਸੰਗਠਨ ਹੈ ਇਹ ਜੀ, ਜਿਹਦੇ ਵਿੱਚ 30 ਦੇ ਕਰੀਬ ਮੁਲਕ ਸ਼ਾਮਿਲ ਨੇ। ਔਰ ਰੂਸ ਨਾਲੋਂ ਜਦੋਂ ਬਹੁਤ ਸਾਰੇ ਖੇਤਰ ਅਲੱਗ ਹੋਏ ਔਰ ਖੁਦ ਮੁਖਤਿਆਰ ਦੇਸ਼ ਬਣੇ, ਉਹਨਾਂ ਦੇ ਵਿੱਚ ਯੂਕਰੇਨ ਵੀ ਸ਼ਾਮਿਲ ਹੈ। ਔਰ ਉੱਥੇ ਬਹੁਤ ਸਾਰੇ ਦੇਸ਼ ਜਿਹੜੇ ਸੋਵੀਅਤ ਯੂਨੀਅਨ ਤੋਂ ਵੱਖ ਹੋ ਕੇ ਬਣੇ, ਉਹ ਨਾਟੋ ਦੇ ਮੈਂਬਰ ਬਣ ਗਏ। ਇਹਦਾ ਮਤਲਬ ਇਹ ਹੈ ਕਿ ਨਾਟੋ ਦਾ ਦਬਦਬਾ ਰੂਸ ਦੇ ਅੰਦਰ ਹੋ ਗਿਆ ਜੀ, ਕਿਉਂਕਿ ਹੁਣ ਸੋਵੀਅਤ ਯੂਨੀਅਨ ਤਾਂ ਹੈ ਨਹੀਂਗਾ ਜੀ। ਬਿਲਕੁਲ। ਜਿਹੜਾ ਰੂਸ ਹੈ ਉਸ ਨੂੰ ਇਹ ਗੱਲ ਨਾਗਵਾਰ ਗੁਜ਼ਰੀ ਕਿ ਜਿਹੜੇ ਤੁਸੀਂ ਪਹਿਲਾਂ ਨਾਟੋ 'ਚ ਸ਼ਾਮਿਲ ਕਰ ਲਏ, ਤੁਸੀਂ ਤਾਂ ਸਾਡੀ ਛਾਤੀ ਤੇ ਆ ਕੇ ਬੈਠ ਗਏ, ਔਰ ਹੁਣ ਤੁਸੀਂ ਯੂਕਰੇਨ ਹੈ ਜਿਹੜਾ, ਉਹ ਇਹ ਹਾਮੀ ਭਰ ਰਿਹਾ ਕਿ ਮੈਨੂੰ ਨਾਟੋ ਦਾ ਮੈਂਬਰ ਬਣਾਇਆ ਜਾਵੇ ਔਰ ਬਣੇਗਾ ਜੇ ਮਤਲਬ ਉਸ ਨੂੰ ਰੋਕਿਆ ਨਾ ਗਿਆ। ਇਹਦਾ ਮਤਲਬ ਇਹ ਹੈ ਕਿ ਯੂਕਰੇਨ ਦੀ ਰੂਸ ਨਾਲ ਹੱਦ ਲੱਗਦੀ ਹੈ। ਰੂਸ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਔਰ ਉਸ ਨੇ ਜਿਹੜੀਆਂ ਪੱਛਮੀ ਤਾਕਤਾਂ ਨੇ ਜਾਂ ਨਾਟੋ ਸੰਗਠਨ ਹੈ, ਉਹਨੂੰ ਕਿਹਾ ਕਿ ਤੁਸੀਂ ਮੇਰੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰੋ ਔਰ ਇਹ ਸਾਡਾ ਆਪਸੀ ਮਾਮਲਾ ਹੈ। ਲੇਕਿਨ ਅਮਰੀਕਾ ਨੇ, ਬਰਤਾਨੀਆ ਨੇ, ਫਰਾਂਸ ਨੇ, ਇਹਨਾਂ ਨੇ ਸਾਰਿਆਂ ਨੇ ਮਤਲਬ ਇਹ ਗੱਲ ਜਿਹੜੀ ਹੈ ਉਹ ਮੰਨਣ ਤੋਂ ਇਨਕਾਰ ਕਰਤਾ ਔਰ ਇਹ ਸਮਝਿਆ ਜਾ ਰਿਹਾ ਕਿ ਰੂਸ ਜਿਹੜੀ ਧੌਂਸ ਦਿਖਾ ਰਿਹਾ ਔਰ ਇਸ ਦੇ ਨਤੀਜੇ ਜਿਹੜੇ ਮਾੜੇ ਨਿਕਲਣਗੇ। ਇੱਥੋਂ ਤੱਕ ਕਿ ਪੈਂਟਾਗਨ ਦੇ ਬੁਲਾਰੇ ਨੇ ਵੀ ਇਹ ਗੱਲ ਕਹੀ ਹੈ ਔਰ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਕਿਹਾ ਕਿ ਭਾਈ ਤੁਸੀਂ ਆਪਣੇ ਆਪ ਨੂੰ ਸੰਭਾਲੋ, ਕਿਤੇ ਇਹ ਨਾ ਹੋਵੇ ਕਿ ਇਹਦੇ ਨਤੀਜੇ ਬਹੁਤ ਜ਼ਿਆਦਾ ਤਬਾਹਕੁਨ ਹੋਣ ਔਰ ਤੁਹਾਡੇ ਵਾਸਤੇ ਹੋਣਗੇ। ਰੂਸ ਨੇ 1 ਲੱਖ ਦੇ ਕਰੀਬ ਜਿਹੜੀ ਫੌਜ ਹੈ ਉਹ ਯੂਕਰੇਨ ਦੇ ਬਾਰਡਰ ਤੇ ਲਾਤੀ ਹੈ। ਬੈਲਾਰੂਸ ਤੋਂ ਲੈ ਕੇ ਯੂਕਰੇਨ, ਇਹਨਾਂ ਦਾ ਸਾਂਝਾ ਇੱਕ ਤਰ੍ਹਾਂ ਨਾਲ ਜਿਸਦਾ ਸਾਂਝੀ ਸਰਹੱਦ ਹੈ ਜੀ, ਤਾਂ ਹੋਰ ਵੀ ਮਤਲਬ ਫੌਜ ਦਾ ਜਮਵਾੜਾ ਉੱਥੇ ਹੋ ਰਿਹਾ ਜੀ। ਔਰ ਦੂਜੇ ਪਾਸੇ ਅਮਰੀਕਾ ਜਿਹੜਾ ਉਹ ਯੂਕਰੇਨ ਦੇ ਵਿੱਚ ਫੌਜੀ ਸਾਜ਼ੋ ਸਾਮਾਨ ਭੇਜ ਰਿਹਾ, ਕਈ ਟਨ ਭੇਜਿਆ ਉਸਨੇ, ਬਿਲਕੁਲ, ਤਾਂ ਕਿ ਜੰਗ ਦੀ ਸੂਰਤ ਦੇ ਵਿੱਚ ਉਹ ਆਪਣੀ ਰੱਖਿਆ ਕਰਨ ਦੇ ਖੁਦ ਸਮਰੱਥ ਹੋਵੇ। ਔਰ ਅਮਰੀਕਾ ਨੇ ਕਹਿ ਵੀ ਦਿੱਤਾ ਕਿ ਜੇ ਰੂਸ ਯੂਕਰੇਨ ਤੇ ਹਮਲਾ ਕਰੇਗਾ ਤਾਂ ਫਿਰ ਅਸੀਂ ਪਿੱਛੇ ਨਹੀਂ ਰਹਾਂਗੇ। ਲੇਕਿਨ ਇਹਦੇ ਵਿੱਚ ਇੱਕ ਹੋਰ ਗੱਲ ਹੈ, ਜਿਹੜਾ ਚੀਨ ਹੈ, ਚੀਨ ਨੇ ਇਹ ਗੱਲ ਕਹੀ ਹੈ ਕਿ ਰੂਸ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਵੀ ਧਿਆਨ 'ਚ ਰੱਖਿਆ ਜਾਣਾ ਚਾਹੀਦਾ। ਇਹਦਾ ਮਤਲਬ ਚੀਨ ਨੇ ਇਸ਼ਾਰਾ ਕੀਤਾ ਕਿ ਜੇ ਰੂਸ ਤੇ ਕੋਈ ਭੀੜ ਪੈਂਦੀ ਹੈ ਤਾਂ ਮੈਂ ਵੀ ਪਿੱਛੇ ਹਟਣ ਵਾਲਾ ਨਹੀਂ। ਜਿਹੜੀ ਆਲਮੀ ਜੰਗ ਹੁੰਦੀ ਹੈ ਉਹ ਸ਼ੁਰੂ ਤੋਂ ਛੋਟੇ ਜਿਹੇ ਗੱਲ ਮਤਲਬ ਇੱਕ ਫਸਾਦ ਤੋਂ ਹੁੰਦੀ ਹੈ ਔਰ ਲੋਕ ਇਹ ਸਮਝਦੇ ਨੇ। ਉੱਥੇ ਅਮਰੀਕਾ ਨੇ ਜਿਹੜੇ ਆਪਣੇ ਨਾਗਰਿਕ ਨੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਇੱਥੋਂ ਆ ਜਾਓ ਵਾਪਸ। ਕੀਵ ਦੇ ਵਿੱਚ ਜਿਹੜੀ ਯੂਕਰੇਨ ਦੀ ਰਾਜਧਾਨੀ ਹੈ ਉੱਥੋਂ ਸਫਾਰਤਖਾਨਾ ਜਿਹੜਾ ਉਹਨਾਂ ਨੇ ਖਾਲੀ ਕਰਵਾ ਲਿਆ। ਹੁਣ ਇੱਕ ਤਰ੍ਹਾਂ ਨਾਲ ਭੈ ਹੈ ਦੁਨੀਆ ਦੇ ਵਿੱਚ। ਜੇ ਰੂਸ ਦੀ ਇਹ ਮਨਸ਼ਾ ਨਹੀਂ ਹੈ ਕਿ ਉਸ ਨੇ ਜ਼ਬਰਦਸਤੀ ਯੂਕਰੇਨ ਵਿੱਚ ਦਾਖਲ ਹੋ ਕੇ ਆਪਣੀ ਪਸੰਦ ਦੀ ਉੱਥੇ ਕਠਪੁਤਲੀ ਸਰਕਾਰ ਬਣਾਉਣੀ ਹੈ ਤਾਂ ਫਿਰ ਫੌਜ ਲਾਉਣ ਦਾ ਕੋਈ ਮਤਲਬ ਨਹੀਂ। ਉਹ ਫੌਜ ਤਾਈਓ ਲਾਈ ਗਈ ਹੈ ਨਾ ਕਿ ਉਹ ਉੱਥੇ ਦਾਖਲ ਹੋਵੇ ਔਰ ਆਪਣੇ ਲੋਕ ਜਿਹੜੇ ਉਹਦੇ ਮਤਲਬ ਹਮਦਰਦ ਨੇ ਜਾਂ ਸ਼ੁਭ ਚਿੰਤਕ ਨੇ ਉਹਨਾਂ ਨੂੰ ਅੱਗੇ ਕਰਕੇ ਉਹਨਾਂ ਦੀ ਸਰਕਾਰ ਗਠਨ ਕਰਦੇ ਉੱਥੇ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਨਾਟੋ ਨੂੰ ਜਾਂ ਉਹ ਦੇਸ਼ ਜਿਹੜੇ ਨਾਟੋ ਵਿੱਚ ਸ਼ਾਮਿਲ ਨੇ ਉਹਨਾਂ ਨੂੰ ਮਨਜ਼ੂਰ ਨਹੀਂ ਹੈ। ਸੋ ਹੁਣ ਗੱਲ ਇਹ ਹੈ ਕਿ ਕੂਟਨੀਤਿਕ ਤਰੀਕੇ ਨਾਲ ਗੱਲਬਾਤ ਕਰਕੇ ਇਹਦਾ ਮਸਲੇ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਤਾਂ ਹੋ ਰਹੀਆਂ ਨੇ, ਪਰ ਜਿਸ ਤਰ੍ਹਾਂ ਰੂਸ ਨੇ ਆਪਣੀਆਂ ਗੱਲਾਂ ਨਾਟੋ ਦੇ ਸਾਹਮਣੇ ਰੱਖੀਆਂ ਨੇ ਜਾਂ ਅਮਰੀਕਾ ਦੇ ਸਾਹਮਣੇ ਰੱਖੀਆਂ ਨੇ ਜਾਂ ਇਹਨਾਂ ਮੁਲਕਾਂ ਦੇ ਸੰਗਠਨ ਦੇ ਸਾਹਮਣੇ ਰੱਖੀਆਂ ਨੇ, ਉਹ ਇਹ ਹੈ ਕਿ ਮੇਰੀਆਂ ਆਹ ਸ਼ਰਤਾਂ ਨੇ ਜੀ ਔਰ ਉਸ ਸ਼ਰਤ ਦੇ ਵਿੱਚ ਸ਼ਾਮਿਲ ਹੈ ਕਿ ਤੁਸੀਂ ਯੂਕਰੇਨ ਨੂੰ ਨਾਟੋ ਦਾ ਮੈਂਬਰ ਨਹੀਂ ਬਣਾਓਗੇ, ਇਹ ਮੁੱਖ ਸ਼ਰਤ ਹੈ। ਲੇਕਿਨ ਉਹਨਾਂ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਤਾਂ ਇਹ ਗੱਲ ਹੈਗੀ ਹੈ ਕਿ ਆਲਮੀ ਜੰਗ ਦਾ ਖਤਰਾ ਦਿਨ ਬ ਦਿਨ ਵੱਧ ਰਿਹਾ ਹੈ। ਜੇ ਯੂਕਰੇਨ ਦੇ ਉੱਤੇ ਰੂਸ ਹਮਲਾ ਕਰਦਾ ਹੈ ਤਾਂ ਇਹਦੇ ਸਿੱਟੇ ਸਾਰੀ ਦੁਨੀਆ ਵਾਸਤੇ ਮਾੜੇ ਹੋ ਸਕਦੇ ਨੇ ਔਰ ਇਹਦਾ ਪ੍ਰਭਾਵ ਸਿਰਫ ਮਤਲਬ ਇਹਨਾਂ ਮੁਲਕਾਂ 'ਚ ਹੀ ਨਹੀਂ ਪਏਗਾ ਬਲਕਿ ਸਾਡੇ ਹਿੰਦੁਸਤਾਨ ਤੇ ਵੀ ਪਵੇਗਾ। ਔਰ ਜਿੱਥੋਂ ਤੱਕ ਅਮਰੀਕਾ ਨੇ ਇਹ ਗੱਲ ਕਹੀ ਹੈ ਕਿ ਅਸੀਂ ਬੜੀਆਂ ਸਖਤ ਪਾਬੰਦੀਆਂ ਰੂਸ ਤੇ ਆਇਦ ਕਰ ਦਿਆਂਗੇ ਔਰ ਇਹਦਾ ਮਤਲਬ ਕਿ ਜਿਵੇਂ ਕਹਿ ਲਓ ਕਿ ਆਰਥਿਕ ਤੌਰ ਤੇ ਇਸ ਨੂੰ ਅਸੀਂ ਇੰਨਾ ਬਲਹੀਨ ਕਰ ਦਿਆਂਗੇ ਕਿ ਇਹ ਨਤੀਜੇ ਇਸ ਨੂੰ ਕਈ ਪੁਸ਼ਤਾਂ ਤੱਕ ਭੁਗਤਣੇ ਪੈਣਗੇ। ਬਿਲਕੁਲ। ਇਹਦੇ ਨਾਲ ਹੀ ਸਰ ਗੱਲ ਕਰਦੇ ਹਾਂ ਆਪਣੇ ਦਰਸ਼ਕ ਦੀ। ਸਾਡੇ ਇੱਕ ਦਰਸ਼ਕ ਕਮਲਦੀਪ ਜੀ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਨੇ, ਹਰ ਰੋਜ਼ ਸਾਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਸਵਾਲ ਪੁੱਛਦੇ ਨੇ। ਸੋ ਇਸ ਵਾਰ ਵੀ ਉਹਨਾਂ ਨੇ ਜੋ ਸਾਨੂੰ ਲਿਖ ਕੇ ਭੇਜਿਆ, ਮੈਂ ਉਹਨਾਂ ਦਾ ਸਵਾਲ ਪੜ੍ਹ ਰਹੀ ਹਾਂ। ਉਹ ਕਹਿੰਦੇ ਨੇ ਕਿ ਹਿੰਦੁਸਤਾਨ ਇੱਕ ਅਜੀਬ ਮੁਲਕ ਹੈ, ਇਸ ਨੂੰ ਚਲਾਉਣ ਵਾਲੇ ਵੀ ਕਾਫੀ ਮੂਰਖ ਨੇ
ਔਰ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਵੇਂ ਰਾਹੁਲ ਗਾਂਧੀ ਜੀ ਦਾ ਹਿੰਦੁਸਤਾਨ ਦੇ ਵਿੱਚ ਕਾਫੀ ਮਜ਼ਾਕ ਉਡਾਇਆ ਜਾਂਦਾ ਹੈ, ਪਰ ਜੇਕਰ ਕਰੋਨਾ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜੋ ਟਿੱਪਣੀਆਂ ਕੀਤੀਆਂ ਨੇ ਉਹ ਕਾਫੀ ਤਰਕਪੂਰਨ ਸੀ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਕਰੋਨਾ ਤੋਂ ਨਜਿੱਠਣ ਦੇ ਲਈ ਸਿਰਫ ਲੋਕਾਂ ਨੂੰ ਥਾਲੀਆਂ ਖੜਕਾਉਣ ਦੇ ਆਦੇਸ਼ ਦਿੱਤੇ ਗਏ ਸਨ। ਕੀ ਕਹੋਗੇ ਉਹਨਾਂ ਦੇ ਇਸ ਵਿਚਾਰ ਦੇ ਬਾਰੇ? ਦੇਖੋ, ਵਿਸ਼ਵ ਪੱਧਰ ਦੇ ਉੱਤੇ ਕਰੋਨਾ ਦੀ ਪਹਿਲੀ ਲਹਿਰ ਜਦੋਂ ਆਈ ਕੋਵਿਡ-19, ਤਾਂ ਉਸ ਵੇਲੇ ਮੁਲਕ ਦੇ ਵਿੱਚ ਜਿਸ ਤਰ੍ਹਾਂ ਦਾ ਹਾਲ ਸੀ ਉਹ ਸਭ ਦੇ ਸਾਹਮਣੇ ਆ। ਸ਼ੀਤਲ, ਆਪ ਨੂੰ ਯਾਦ ਹੋਵੇਗਾ ਕਿ 1 ਕਰੋੜ ਗਰੀਬ ਮਜ਼ਦੂਰ ਸੀ ਜਿਹੜੇ ਉਹ ਆਪਣੇ ਘਰਾਂ ਨੂੰ ਖੌਫਜ਼ਦਾ ਹੋ ਕੇ ਨਿਕਲ ਤੁਰੇ, ਪੈਦਲ ਤੁਰੇ, ਭੁੱਖੇ ਪਾਣੇ ਤੁਰੇ। ਕੋਈ ਉਹਨਾਂ ਕੋਲੇ ਕੁਛ ਨਹੀਂ ਸੀਗਾ, ਨਾ ਖਾਣ ਨੂੰ ਕੁਛ ਸੀ, ਨਾ ਪੀਣ ਨੂੰ ਕੁਛ ਸੀ। ਔਰ ਇਹ ਜਦੋਂ ਮਸਲਾ ਸੁਪਰੀਮ ਕੋਰਟ ਦੇ ਜ਼ਰੀਏ ਗੌਰ ਲਿਆਂਦਾ ਗਿਆ ਤਾਂ ਉੱਥੇ ਸੋਲਿਸਿਟਰ ਜਨਰਲ ਨੇ ਇਹ ਤਰਕ ਦਿੱਤਾ ਕਿ ਕੋਈ ਨਹੀਂ ਜਾ ਰਿਹਾ, ਕਿਤੇ ਨਹੀਂ ਜਾ ਰਿਹਾ, ਔਰ ਸੁਪਰੀਮ ਕੋਰਟ ਨੇ ਮੰਨ ਲਿਆ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਮੈਂ ਇੱਕ ਸਧਾਰਨ ਨਾਗਰਿਕ ਹਾਂ, ਔਰ ਹੋਰ ਵੀ ਬਹੁਤ ਸਾਰੇ ਨਾਗਰਿਕ ਹਨ। ਹਰ ਸਧਾਰਨ ਨਾਗਰਿਕ ਜਿਹੜਾ ਮਾੜਾ ਮੋਟਾ ਅੱਖਾਂ ਕੰਨ ਖੋਲ ਕੇ ਤੁਰਦਾ, ਉਹਨੂੰ ਪਤਾ ਹੀ ਹੁੰਦਾ ਦੇਸ਼ 'ਚ ਕੀ ਹੋ ਰਿਹਾ। ਸੁਪਰੀਮ ਕੋਰਟ ਨੂੰ ਇਹ ਪਤਾ ਨਹੀਂ ਸੀ ਜੀ, ਸਾਰਾ ਆਲਮ ਜਾਣਦਾ ਸੀ ਕਿ ਦੇਸ਼ 'ਚ ਕੀ ਹੋ ਰਿਹਾ, ਔਰ ਸੁਪਰੀਮ ਕੋਰਟ ਨੇ ਸੋਲਿਸਿਟਰ ਜਨਰਲ ਦੀ ਗੱਲ ਤੇ ਇਤਬਾਰ ਕਰ ਲਿਆ ਕਿ ਜੀ ਉਹ ਕੋਈ ਕਿਤੇ ਨਹੀਂ ਜਾ ਰਿਹਾ, ਕੋਈ ਮਤਲਬ ਸੜਕਾਂ ਤੇ ਕੋਈ ਨਹੀਂ ਜਾ ਰਿਹਾ, ਤੇ ਉਹ ਮੰਨ ਲਈ ਗਈ। ਜਦ ਕਿ ਦੇਸ਼ ਦੀਆਂ 19 ਹਾਈ ਕੋਰਟਾਂ ਨੇ ਵੀ ਇਹ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਲਿਆਂਦਾ ਕਿ ਇਹਦੇ ਤੇ ਦੇਰ ਨਾ ਕਰੋ ਔਰ ਤੁਸੀਂ ਫੌਰੀ ਕੋਈ ਐਕਟ ਕਰੋ। ਜਦ ਤੱਕ ਐਕਸ਼ਨ ਹੋਇਆ ਉਦੋਂ ਤੱਕ ਬਹੁਤ ਹੀ ਮਾੜਾ ਹਾਲ ਹੋ ਗਿਆ ਸੀ ਉਹਨਾਂ ਗਰੀਬਾਂ ਦਾ। ਕਈ ਹਾਦਸਿਆਂ ਦਾ ਸ਼ਿਕਾਰ ਹੋ ਕੇ ਮਰ ਗਏ, ਕਈ ਭੁੱਖ ਨਾਲ ਮਰ ਗਏ। ਔਰ ਦੂਸਰੀ ਗੱਲ ਇਹ ਸੀ ਕਿ ਸਿਹਤ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ। ਆਕਸੀਜਨ ਦਾ ਕੋਈ ਪ੍ਰਬੰਧ ਨਹੀਂ ਸੀ। ਈਵਨ ਕਿ ਕਾਰੀਡੋਰਸ ਦੇ ਵਿੱਚ ਜਿਹੜੇ ਮਰੀਜ਼ ਪਏ ਸੀ, ਇੱਕ ਬੈੱਡ ਦੇ ਉੱਤੇ ਇੱਕ ਮਰੀਜ਼ ਦਾ, ਦੂਸਰੇ ਉਹਦੇ ਨਾਲ ਹੀ ਇੱਕ ਲਾਸ਼ ਰੱਖੀ ਹੋਈ ਹੈ। ਤਾਂ ਇਹ ਹਾਲ ਹੋ ਗਿਆ ਸੀ। ਐਂਬੂਲੈਂਸਿਸ ਦੀ ਘਾਟ ਹੋ ਗਈ ਸੀ। ਔਰ ਇਹ ਸਾਰੀਆਂ ਖਬਰਾਂ ਜਿਹੜੀਆਂ ਨੇ ਇਹ ਦੁਨੀਆ ਦੀ ਪ੍ਰੈਸ 'ਚ ਛਾਇਆ ਹੋਈਆਂ। ਬਿਲਕੁਲ, ਇਹ ਉਹ ਸੀ ਜਦੋਂ ਕਿ ਇੱਕ ਤਰ੍ਹਾਂ ਨਾਲ ਹਨੇਰ ਵਰਤ ਗਿਆ। ਤਾਲਾਬੰਦੀ ਦੇ ਦੌਰਾਨ ਜਿੰਨੇ ਲੋਕ ਮਰੇ ਉਹਨਾਂ ਦੇ ਅਸਲੀ ਆંકੜੇ ਤਾਂ ਸ਼ਾਇਦ ਆਉਣ ਵਾਲੇ ਦਹਾਕੇ 'ਚ ਸਾਹਮਣੇ ਆਉਣਗੇ, ਕਿਉਂਕਿ ਸੱਚਾਈ ਹੌਲੀ ਹੌਲੀ ਨਮੂਦਾਰ ਹੁੰਦੀ ਹੈ। ਔਰ ਫਿਰ ਤੁਸੀਂ ਵੇਖਿਆ ਹੋਣਾ ਕਿ ਲੋਕਾਂ ਕੋਲੇ ਜਿਹੜੇ ਥੋੜੇ ਬਹੁਤ ਉਹਨਾਂ ਕੋਲੇ ਉਪਜੀਵਿਕਾ ਦੇ ਸਾਧਨ ਸੀ ਉਹ ਖਤਮ ਹੋ ਗਏ। ਭੁੱਖਮਰੀ ਫੈਲ ਗਈ ਜੀ। ਔਰ ਜਿਹੜੇ ਮਰੇ ਉਹਨਾਂ ਨੂੰ ਫੂਕਣ ਵਾਸਤੇ ਲੱਕੜਾਂ ਤੱਕ ਨਹੀਂ ਸੀ। ਲੋਕਾਂ ਨੇ ਗੰਗਾ ਦੇ ਵਿੱਚ ਹਜ਼ਾਰਾਂ ਲਾਸ਼ਾਂ ਵਹਾਤੀਆਂ। ਬਿਲਕੁਲ, ਤੇ ਤੁਸੀਂ ਦਾਅਵੇ ਕਰਦੇ ਰਹੇ ਕਿ ਅਸੀਂ ਦੁਨੀਆ ਨੂੰ ਸੇਧ ਦੇ ਰਹੇ ਹਾਂ ਕਿ ਅਸੀਂ ਜਿਵੇਂ ਕੋਵਿਡ ਨੂੰ ਨਜਿੱਠਿਆ। ਤੇ ਸੇਧ ਅਸੀਂ ਕਿਵੇਂ ਦਿੱਤੀ? ਸੇਧ ਦਿੱਤੀ ਅਸੀਂ ਵੀ ਥਾਲੀਆਂ ਖੜਕਾਓ। ਔਰ ਉਹਦੇ 'ਚ ਕਈ ਮੂਰਖ, ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਅਦਾਕਾਰ, ਉਹਨਾਂ ਦੇ ਵਿੱਚ ਅਮਿਤਾਭ ਬੱਚਨ ਜੀ ਵੀ ਸੀਗੇ, ਜਿਹੜੇ ਕੋਠਿਆਂ 'ਤੇ ਖੜ੍ਹ ਕੇ ਥਾਲੀਆਂ ਖੜਕਾ ਰਹੇ ਜੀ। ਮਤਲਬ ਸਾਡੀ ਮਾਨਸਿਕਤਾ ਦੇ ਦਿਵਾਲੀਆਪਣ ਦੀ ਇਸ ਤੋਂ ਭੱਦੀ ਤਸਵੀਰ ਕੀ ਹੋ ਸਕਦੀ ਹੈ ਕਿ ਅਸੀਂ ਉਹ ਕੰਮ ਕਰਨ ਲੱਗ ਗਏ ਜਿਹਦਾ ਕੋਈ ਵਿਗਿਆਨਕ ਆਧਾਰ ਹੀ ਨਹੀਂ ਹੈ ਜੀ। ਤੁਸੀਂ ਕੀ ਦੱਸਣਾ ਚਾਹੁੰਦੇ ਹੋ? ਦੁਨੀਆ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ, ਔਰ ਤੁਸੀਂ ਅਜੇ ਤੱਕ ਉੱਥੇ ਹੀ ਤੁਰੇ ਫਿਰਦੇ ਹੋ ਜਦੋਂ ਤੁਸੀਂ ਜੰਗਲਾਂ 'ਚੋਂ ਬਾਹਰ ਆਏ ਸੀ। ਤੁਸੀਂ ਖੜਕਾ ਕੇ ਭਾਂਡੇ ਤਾਂ ਰੱਛਾਂ ਨੂੰ ਭਜਾਉਣਾ ਜਾਂ ਸ਼ੇਰਾਂ ਨੂੰ ਭਜਾ ਰਹੇ ਹੋ ਜਾਂ ਖੂੰਖਾਰ ਜਾਨਵਰਾਂ ਨੂੰ ਭਜਾ ਰਹੇ ਹੋ, ਉਹ ਤਾਂ ਭੱਜ ਜਾਣਗੇ। ਪਰ ਤੁਸੀਂ ਉਸ ਚੀਜ਼ ਨੂੰ ਕਿਵੇਂ ਭਜਾਓਗੇ ਜਿਹਦਾ ਇਲਾਜ ਹੀ ਨਹੀਂ ਕੋਈ ਜੀ। ਬਿਲਕੁਲ, ਜਿਹੜਾ ਆਪਣਾ ਰੂਪ ਬਦਲਦਾ, ਹਰ ਰੋਜ਼ ਬਦਲਦਾ। ਬਿਲਕੁਲ, ਸੋ ਇਹ ਗੱਲਾਂ ਸੀ। ਇਹ ਗੱਲ ਬਿਲਕੁਲ ਕਮਲਦੀਪ ਹੋਰਾਂ ਦੀ ਠੀਕ ਹੈ ਕਿ ਦੇਖੋ, ਜੇ ਰਹਿਨੁਮਾ ਮਾੜਾ ਹੋਵੇ ਨਾ, ਕਾਫਲਾ ਜਾ ਰਿਹਾ ਨਾ, ਜਿਹੜਾ ਰਹਿਨੁਮਾ ਹੁੰਦਾ ਜਾਂ ਮੇਰੇ ਕਾਰਵਾ ਹੁੰਦਾ, ਉਹ ਦੱਸਦਾ ਕਾਫਲੇ ਨੂੰ ਕਿ ਭਾਈ ਹੁਣ ਆਪਾਂ ਇਸ ਰਸਤੇ ਜਾਵਾਂਗੇ ਜਾਂ ਅਸੀਂ ਕਿਹੜਾ ਮੋੜ ਮੁੜਨਾ ਔਰ ਕਿੱਥੇ ਖਤਰਾ ਹੈ, ਕਿੱਥੇ ਆਪਣੇ ਆਪ ਨੂੰ ਮਹਿਫੂਜ਼ ਰੱਖਣਾ ਹੈ, ਔਰ ਕਿੱਥੋਂ ਆਪਾਂ ਚਾਨਣ ਜਿਹੜਾ ਦੇਖ ਕੇ ਤੁਰਨਾ ਹੈ, ਕਿੱਥੇ ਹਨੇਰ ਹੈ, ਕਿੱਥੇ ਖੂਹ ਹੈ, ਕਿੱਥੇ ਖਾਤਾ ਹੈ, ਸਾਰਾ ਕੁਝ। ਪਰ ਜੇ ਮੈਂ ਜਰਾ ਮੰਨੋ, ਸੋਚੋ ਜ਼ਰਾ, ਜੇ ਉਹ ਖੁਦ ਅੰਨਾ ਦੇ ਬੋਲਾ ਹੋਵੇ ਵੀ ਕਿੱਥੇ ਲੈ ਕੇ ਜਾਏਗਾ? ਫਿਰ ਤਾਂ ਇਹ ਨਾ ਕਦੇ ਕਿਸੇ ਦਰਖਤ 'ਚ ਟੱਕਰ ਮਾਰਨਗੇ, ਉਹ ਕਦੇ ਖੂਹ 'ਚ ਡਿੱਗਣਗੇ, ਤਾਂ ਫਿਰ ਮੰਜ਼ਿਲ ਤੱਕ ਤਾਂ ਕੋਈ ਪਹੁੰਚੇਗਾ ਹੀ ਨਹੀਂ। ਬਿਲਕੁਲ। ਸੋ ਕਮਲਦੀਪ ਜੀ ਦੇ ਸਵਾਲ ਦਾ ਮੈਨੂੰ ਲੱਗਦਾ ਜਵਾਬ ਉਹਨਾਂ ਨੂੰ ਜ਼ਰੂਰ ਮਿਲ ਗਿਆ ਹੋਵੇਗਾ। ਹਜੇ ਵੀ ਤੁਹਾਡੇ ਦਿਮਾਗ ਦੇ ਵਿੱਚ ਅਗਰ ਹੋਰ ਸਵਾਲ ਨੇ ਤੁਸੀਂ ਸਾਨੂੰ ਪੁੱਛ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੀ ਦਰਸ਼ਕ ਜਿਹੜੇ ਇਸ ਪ੍ਰੋਗਰਾਮ ਦੇ ਰਾਹੀਂ ਸਾਡੇ ਨਾਲ ਜੁੜੇ ਨੇ, ਉਹ ਸਾਨੂੰ ਆਪਣੇ ਸਵਾਲ ਜਿਹੜੇ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ ਭੇਜਣ। ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਦੇ ਸਕੀਏ। ਔਰ ਇਹਦੇ ਨਾਲ ਹੀ ਨਾਲ ਚੋਣਾਂ ਦੀ ਚੰਗੇਰ ਪ੍ਰੋਗਰਾਮ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਕੱਲ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਮੈਨੂੰ ਸ਼ੀਤਲ ਨੂੰ ਤੇ ਸਰ ਬਲਜੀਤ ਸਿੰਘ ਨੂੰ ਦਿਓ ਇਜਾਜ਼ਤ। ਬਹੁਤ ਬਹੁਤ ਸ਼ੁਕਰੀਆ।